ਪ੍ਰੋਡਕਸ਼ਨ ਕਰਦੇ ਆ ਤਾਂ ਪ੍ਰੋਡਕਸ਼ਨ ਐਕਟੀਵਿਟੀਜ਼ ਨੂੰ ਪੂਰਾ ਕਰਨ ਦੇ ਲਈ ਸਪਲਾਈ ਤੇ ਆਊਟਪੁੱਟ ਦੇ ਲਈ ਫੈਕਟਰ ਆਫ ਪ੍ਰੋਡਕਸ਼ਨਸ ਦੀ ਆਪਾਂ ਨੂੰ ਲੋੜ ਹੁੰਦੀ ਹੈ ਜਿਹੜੇ ਫੈਕਟਰ ਮਾਰਕੀਟਸ ਦੇ ਵਿੱਚ ਕੀ ਹੁੰਦੇ ਨੇ ਅਵੇਲੇਬਲ ਹੁੰਦੇ ਨੇ ਤੇ ਇਸ ਟੌਪਿਕਸ ਦੇ ਵਿੱਚ ਆਪਾਂ ਕੀ ਕਰਾਂਗੇ ਸਟੇਟ ਦਾ ਕਨਸੈਪਟ ਆਫ ਫੈਕਟਰ ਮਾਰਕੀਟ ਕਿ ਫੈਕਟਰ ਮਾਰਕੀਟ ਕੀ ਹੈ ਐਂਡ ਡਿਮਾਂਡ ਐਂਡ ਸਪਲਾਈ ਮੈਕੈਨਿਜ਼ਮ ਆ ਜਿਹੜਾ ਫੈਕਟਰ ਮਾਰਕੀਟ ਦੇ ਵਿੱਚ ਜਿਹੜੀ ਫੈਕਟਰਸ ਦੀ ਡਿਮਾਂਡ ਤੇ ਸਪਲਾਈ ਆ ਉਹਦਾ ਕੀ ਰੋਲ ਹੈ and marginal productivity theory of factor prices ki marginal productivity theory है ਜਿਹੜੀ ਉਹ ਕੀ ਹੁੰਦੀ ਹੈ and pricing decisions ਨੇ ਜਿਹੜੇ related factors ਤੇ ਤਾਂ ਉਹ ਕਿਸ ਤਰ੍ਹਾਂ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ four factor of productions ਨੇ wages interest rent and profit ਕਹਿੰਦੇ ਉਹਨਾਂ ਦੇ ਥਰੂ ਸੀ ਕਿੱਦਾਂ determinant ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ meaning of factor market कि what is factor market कि factor market है कि बस इसके बीच सब तो पहले तुसी देख सकते हो four factor of productions land labor and capital सब तो पहला ਆਪਾਂ ਦੇਖਦੇ ਆ ਕਿ ਕਹਿੰਦੇ facilitate sale and purchase of a good or services is now a market ਕਹਿੰਦੇ ਸਿੰਪਲ ਮਾਰਕੀਟ ਦੇ ਵਿੱਚ ਆਪਾਂ ਕੀ ਕਹਿੰਦੇ ਆ ਕਿ ਜਿੱਥੇ ਵੀ ਕਹਿੰਦੇ ਜਿਹੜੇ ਗੁਡਸ ਤੇ ਸਰਵਿਸਿਜ਼ ਨੇ ਉਹਨਾਂ ਦੀ ਜਿਹੜੀ डिमांड ਤੇ ਸਪਲਾਈ ਕੀਤੀ ਜਾਂਦੀ ਹੈ ਮੀਨਸ ਸੇਲ ਤੇ ਪਰਚੇਸ ਕੀਤੀ ਜਾਂਦੀ ਹੈ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਆਪਣੀ ਪ੍ਰੋਡਕਟ ਮਾਰਕੀਟ ਕਹਿੰਦੇ ਆ ਤੇ ਇਸੇ ਤਰ੍ਹਾਂ ਹੀ ਕਹਿੰਦੇ ਜਿਹੜੀ ਫੈਕਟਰ ਮਾਰਕੀਟ ਹੈ ਉਹ ਵੀ ਆਪਾਂ ਨੂੰ ਉਸ ਦੀ ਵੀ ਰਿਕੁਆਇਰਮੈਂਟ ਹੁੰਦੀ ਹੈ ਉਸ ਦੀ ਵੀ ਲੋੜ ਹੁੰਦੀ ਆ ਕਿਉਂਕਿ ਫੈਕਟਰਸ ਮਾਰਕੀਟ ਦੇ ਵਿੱਚ ਆਪਾਂ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹਨਾਂ ਨੂੰ ਯੂਜ਼ ਕਰਦੇ ਆ ਕਿਸ ਚੀਜ਼ ਦੇ ਲਈ ਪ੍ਰੋਡਕਸ਼ਨਸ ਦੇ ਲਈ ਠੀਕ ਹੈ ਪ੍ਰੋਡਕਟਸ ਨੂੰ ਬਣਾਉਣ ਦੇ ਲਈ ਕਹਿੰਦੇ ਫੈਕਟਰ ਮਾਰਕੀਟ ਦੇ ਵਿੱਚ ਕੀ ਹੁੰਦਾ ਹੈ ਫੈਕਟਰ ਮਾਰਕੀਟ ਦੇ ਵਿੱਚ four ਫੈਕਟਰ ਆਫ ਪ੍ਰੋਡਕਸ਼ਨ ਸਾਨੂੰ ਮਿਲਦੇ ਨੇ ਲੈਂਡ ਲੇਬਰ ਕੈਪੀਟਲ ਐਂਡ ਐਂਟਰਪ੍ਰੀਨਿਓਰਸ ਜੋ ਆਪਾਂ ਨੇ ਇਸ ਯੂਨਿਟ ਦੇ ਵਿੱਚ ਡਿਸਕਸ ਕਰਨੇ ਨੇ ਠੀਕ ਹੈ ਕਹਿੰਦੇ ਇਹ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਪ੍ਰੋਡਕਸ਼ਨਸ ਦੇ ਲਈ ਠੀਕ ਹੈ ਤਾਂ ਕਹਿੰਦੇ ਆਪਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਅੰਡਰਸਟੈਂਡ ਕਰਨਾ ਚਾਹੀਦਾ ਹੈ ਵਾਈ देयर इज अ ਨੀਡ ਫॉर ਦਾ ਮਾਰਕੀਟ ਕਿ ਸਾਨੂੰ ਫੈਕਟਰ ਮਾਰਕੀਟ ਦੀ ਲੋੜ ਕਿਉਂ ਹੈ ਕਹਿੰਦੇ ਸਾਨੂੰ ਫੈਕਟਰ ਮਾਰਕੀਟ ਦੀ ਲੋੜ ਇਸ ਕਰਕੇ ਹੈ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਇੱਥੇ ਈਜ਼ੀਲੀ ਆਪਾਂ ਨੂੰ ਜਿਹੜੇ ਫੈਕਟਰ ਆਫ ਪ੍ਰੋਡਕਸ਼ਨ ਸੀ ਉਹ ਮਿਲ ਜਾਣਗੇ ਫॉर ਐਗਜ਼ਾਮਪਲ ਇਸ ਮਾਰਕੀਟ ਦੇ ਵਿੱਚ ਸਾਨੂੰ ਰॉ ਮਟੀਰੀਅਲ ਇਸ ਚੀਜ਼ ਦਾ ਈਜ਼ੀਲੀ ਮਿਲ ਜਾਏਗਾ ਤੇ ਲੇਬਰ ਮਾਰਕੀਟ ਦੇ ਵਿੱਚ ਮੀਨਸ ਸਾਨੂੰ ਲੇਬਰ ਪ੍ਰੋਵਾਈਡ ਹੋ ਰਹੀ ਹੈ ਲੇਬਰ ਦੀ ਸਪਲਾਈ ਹੋ ਰਹੀ ਹੈ ਤੇ ਆਪਾਂ ਉੱਥੇ ਲੇਬਰ ਦੀ ਡਿਮਾਂਡ ਕਰਾਂਗੇ ਤੇ ਲੇਬਰ ਨੂੰ ਲੈ ਕੇ ਕੀ ਕਰਾਂਗੇ ਆਪਣੀ ਜੋ ਪ੍ਰੋਡਕਸ਼ਨ ਹੈ ਉਹਨੂੰ ਕਰਾਂਗੇ ਕਹਿੰਦੇ ਆਲ four factor of productions are required to the economy ਦੇ ਵਿੱਚ four factor of productions ਜ਼ਰੂਰੀ ਨੇ ਫਰਸਟ ਇਜ਼ ਅ ਲੈਂਡ ਕਿਉਂਕਿ ਲੈਂਡ ਸਾਨੂੰ ਜ਼ਰੂਰੀ ਹੈ ਲੈਂਡ ਕਹਿੰਦੇ ਕਿਉਂਕਿ ਅਸੀਂ ਯੂਜ਼ ਕਰਕੇ ਆਪਣਾ ਕੋਈ ਵੀ ਪਲਾਨ ਸੈਟਅਪ ਕਰਦੇ ਆ ਤਾਂ ਜੋ ਵੀ ਵਰਕ ਹੁੰਦਾ ਸਾਨੂੰ ਉਹਦੇ ਲਈ ਲੈਂਡ ਚਾਹੀਦੀ ਆ ਤਾਂ ਲੈਂਡ ਦੇ ਬਦਲੇ ਆਪਾਂ ਕੀ ਪ੍ਰੋਵਾਈਡ ਕਰਦੇ ਆ ਰੈਂਟ ਐਂਡ ਸੈਕੰਡ ਇਜ਼ a labor and third is a capital and fourth is a entrepreneurs ਕਹਿੰਦੇ ਇਹ ਜਿਹੜੇ different factor of productions ਨੇ four in the combinations ਦੇ through ਹੀ ਆਪਾਂ ਜਿਹੜਾ ਆਪਣਾ production activity ਆ ਉਹਨੂੰ ਪੂਰਾ ਕਰ ਸਕਦੇ ਆ ਠੀਕ ਹੈ ਆਪਣੇ ਕੋਲ two methods ਹੁੰਦੇ ਨੇ ਕਹਿੰਦੇ ਆਪਾਂ ਜਦੋਂ ਪ੍ਰੋਡਕਸ਼ਨ ਕਰਦੇ ਹੁੰਦੇ ਆ ਲੇਬਰ ਇੰਟੈਂਸਿਵ ਐਂਡ ਕੈਪੀਟਲ ਇੰਟੈਂਸਿਵ ਉਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਕਿਸੇ ਵੀ ਪ੍ਰੋਡਕਟ ਨੂੰ ਪ੍ਰੋਡਿਊਸ ਕਰਨ ਦੇ ਟਾਈਮ ਲੇਬਰ ਦੀ ਜ਼ਿਆਦਾ ਡਿਮਾਂਡ ਕਰਾਂਗੇ ਜਾਂ ਕੈਪੀਟਲ ਦੀ ਡਿਮਾਂਡ ਜ਼ਿਆਦਾ ਕਰਾਂਗੇ ਲੇਬਰ ਇੰਟੈਂਸਿਵ ਟੈਕਨੀਕਸ ਦੇ ਵਿੱਚ ਲੇਬਰ ਜ਼ਿਆਦਾ ਤੇ ਕੈਪੀਟਲ ਘੱਟ ਵਰਤੀ ਜਾਂਦੀ ਹੈ ਤੇ ਕੈਪੀਟਲ ਇੰਟੈਂਸਿਵ ਟੈਕਨੀਕ ਦੇ ਵਿੱਚ ਕੈਪੀਟਲ ਜ਼ਿਆਦਾ ਤੇ ਲੇਬਰ ਘੱਟ ਵਰਤੀ ਜਾਂਦੀ ਆ ਕਹਿੰਦੇ ਇਹ ਕੀ ਆ ਆਪਾਂ ਆਪਣੀ ਜੋ ਮਾਰਕੀਟ ਦੇ ਕੰਡੀਸ਼ਨਸ ਨੇ ਉਹਨਾਂ ਤੇ ਡਿਪੈਂਡ ਕਰਦਾ ਕਿ ਕਿਹੜੀ ਸਾਨੂੰ ਚੀਜ਼ ਕਿਹੜਾ ਫੈਕਟਰ ਆਫ ਪ੍ਰੋਡਕਸ਼ਨ ਸਾਨੂੰ ਜਿਹੜਾ ਹੈ ਰੀਜ਼ਨੇਬਲ ਪ੍ਰਾਈਸਿਸ ਤੇ ਮਿਲ ਜਾਂਦਾ ਹੈ ਤਾਂ ਇੱਥੇ ਕੀ ਆ ਮੀਨਿੰਗ ਆਫ ਫੈਕਟਰ ਪ੍ਰਾਈਸਿਸ ਕਹਿੰਦੇ ਫੈਕਟਰ ਮਾਰਕੀਟ ਆਰ ਦਾ ਮਾਰਕੀਟ ਵੇਅਰ ਸੇਲ ਐਂਡ ਪਰਚੇਜ਼ ਆਫ ਫੈਕਟਰਸ ਕਹਿੰਦੇ ਫੈਕਟਰ ਮਾਰਕੀਟ ਉਹ ਮਾਰਕੀਟ ਹੈ ਜਿੱਥੇ ਫੈਕਟਰਸ ਨੇ ਜਿਹੜੇ ਉਹਨਾਂ ਦੀ ਸੇਲ ਐਂਡ ਪਰਚੇਜ਼ ਕੀਤੀ ਜਾਂਦੀ ਹੈ ਜਿਵੇਂ ਕਿ ਕਿਹੜੇ ਫੈਕਟਰਸ ਲੈਂਡ ਲੇਬਰ ਕੈਪੀਟਲ ਐਂਡ ਐਂਟਰਪ੍ਰੀਨਿਓਰ ਠੀਕ ਹੈ ਤਾਂ ਇਹਨਾਂ ਦੇ ਵਿੱਚ ਕਹਿੰਦੇ ਬ੍ਰੌਡਲੀ ਕਹਿੰਦੇ ਆਪਾਂ ਇਹਨਾਂ ਨੂੰ ਫੋਰਾਂ ਨੂੰ ਦੇਖਦੇ ਹਾਂ ਕਿ ਇਹ ਫੋਰ ਕੀ ਹੁੰਦੇ ਨੇ ਫਰਸਟ ਇਜ਼ ਅ ਲੈਂਡ ਕਹਿੰਦੇ ਲੈਂਡ ਕੀ ਹੁੰਦੀ ਆ ਇਟ ਇਜ਼ ਅ ਫਿਜ਼ੀਕਲ ਟੈਂਜੀਬਲ ਫੈਕਟਰ ਆਫ ਪ੍ਰੋਡਕਸ਼ਨਸ ਐਂਡ ਇਜ਼ ਅ ਸਟਾਕ ਕਨਸੈਪਟ ਇਟ ਕੰਸਿਸਟ ਆਫ ਦ ਟੋਟਲ ਫਿਜ਼ੀਕਲ ਰਿਸੋਰਸਿਸ that are available land not just included ground but also included the forest water resources soil and mineral and mines ਕਹਿੰਦੇ ਲੈਂਡ ਦੇ ਵਿੱਚ ਸਾਰੇ ਬਾਈ ਨੇਚਰ ਦੇ ਰਿਸੋਰਸਿਸ ਆ ਜਾਂਦੇ ਨੇ ਜਿਵੇਂ ਕਿ ਮਿਨਰਲ ਵਾਟਰ ਰਿਸੋਰਸਿਸ ਐਂਡ ਸੋਇਲ ਐਂਡ ਮਾਈਨਸ ਆ ਜਾਂਦੀਆਂ ਨੇ ਠੀਕ ਆ ਲੇਕਿਨ ਲੈਂਡ ਕੀ ਹੈ ਇਹ ਟੈਂਜੀਬਲ ਉਹ ਇੱਕ ਟੈਂਜੀਬਲ ਫੈਕਟਰ ਹੈ ਜਿਹਨੂੰ ਆਪਾਂ ਰੀਪਰੋਡਿਊਸ ਨਹੀਂ ਕਰ ਸਕਦੇ ਜਿਹਦੀ ਕੁਆਂਟੀਟੀ ਨੂੰ ਆਪਾਂ ਇਨਕਰੀਜ਼ ਨਹੀਂ ਕਰ ਸਕਦੇ ਜਿਹਦੀ ਕੁਆਂਟੀਟੀ ਬਾਈ ਨੇਚਰ ਹੀ ਸਾਨੂੰ ਕੀ ਮਿਲੀ ਆ ਪ੍ਰੋਵਾਈਡ ਹੋਈ ਹੈ ਇਹ ਫਿਜ਼ੀਕਲ ਰਿਸੋਰਸਿਸ ਨੇ ਜਿਨ੍ਹਾਂ ਨੂੰ ਛੂਇਆ ਜਾ ਸਕਦਾ ਹੈ ਦੇਖਿਆ ਜਾ ਸਕਦਾ ਹੈ ਠੀਕ ਹੈ ਤੇ ਲੈਂਡ ਦਾ ਸਾਈਜ਼ ਕੀ ਹੁੰਦਾ ਹੈ ਸਟੇਬਲ ਹੁੰਦਾ ਲੈਂਡ ਦੀ ਜਿਹੜੀ ਆਪਾਂ ਨੂੰ ਆਪਣੀ ਕੁਆਂਟੀਟੀ ਆ ਉਹ ਕਾਂਸਟੈਂਟ ਹੁੰਦੀ ਹੈ ਲੈਂਡ ਦੇ ਸਾਈਜ਼ ਨੂੰ ਆਪਾਂ ਇਨਕਰੀਜ਼ ਨਹੀਂ ਕਰ ਸਕਦੇ ਤੇ ਰੀਪਰੋਡਿਊਸ ਵੀ ਨਹੀਂ ਕਰ ਸਕਦੇ ਤੇ ਲੈਂਡ ਇਜ਼ ਅ ਵਿਜ਼ੀਬਲ ਫੈਕਟਰ ਆਫ ਪ੍ਰੋਡਕਸ਼ਨਸ ਜਿਹਨੂੰ ਆਪਾਂ ਕੀ ਕਰ ਸਕਦੇ ਆ ਦੇਖ ਸਕਦੇ ਆ
ठीक है। एंड द सैकंड इज द लैंड दा जिहड़ा है अपना रेंट, लैंड ਦੇ ਬਦਲੇ ਸਾਨੂੰ ਜਦੋਂ ਕੋਈ ਵੀ ਜਿਹੜਾ ਆਪਣਾ ਪ੍ਰੋਡਿਊਸਰ ਹੈ ਲੈਂਡ ਨੂੰ ਯੂਜ਼ ਕਰਦਾ ਤਾਂ ਲੈਂਡ ਦੇ ਬਦਲੇ ਉਹਨੂੰ ਕੀ ਦੇਣਾ ਪੈਂਦਾ ਹੈ, ਰੈਂਟ ਦੇਣਾ ਪੈਂਦਾ ਹੈ। ਤਾਂ ਰੈਂਟ ਕਹਿੰਦੇ ਕਿੱਥੇ ਫਿਕਸ ਹੋਏਗਾ, ਇਹਦੇ ਲਈ ਆਪਾਂ ਲੈਂਡ ਦਾ ਜੋ ਹੈ ਚੈਪਟਰ ਡਿਟੇਲ ਦੇ ਵਿੱਚ ਕਰਾਂਗੇ। ਤਾਂ ਲੈਂਡ ਦੇ ਲਈ ਵੀ ਟੂ ਟੈਕਨੀਕਸ ਨੇ, ਆਪਣੇ ਟੂ ਥਿਊਰੀਜ਼ ਨੇ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਜਿੱਥੇ ਰੈਂਟ ਅਰਾਈਜ਼ ਹੁੰਦਾ, ਇੰਟੈਂਸਿਵ ਐਂਡ ਐਕਸਟੈਂਸਿਵ ਐਂਡ ਠੀਕ ਹੈ ਕਲਟੀਵੇਸ਼ਨਸ ਦੀਆਂ ਥਿਊਰੀਜ਼ ਨੇ, ਉਹ ਆਪਾਂ ਬਾਅਦ ਦੇ ਵਿੱਚ ਦੇਖਾਂਗੇ। ਐਂਡ ਸੈਕੰਡ ਇਜ਼ ਅ ਲੇਬਰ, ਕਹਿੰਦੇ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਲੇਬਰ ਇੱਕ ਮੇਨ ਫੈਕਟਰ ਹੈ ਜਿਸ ਦੇ ਥਰੂ ਆਪਾਂ ਨੇ ਪ੍ਰੋਡਕਸ਼ਨ ਕਰਨੀ ਹੁੰਦੀ ਆ। ਜਿਵੇਂ ਕਿ ਆਪਾਂ ਨੇ ਕੋਈ ਵੀ ਬਿਜ਼ਨਸ ਸਟਾਰਟ ਕੀਤਾ ਤੇ ਉਹਦੇ ਵਿੱਚ ਆਪਾਂ ਨੇ ਗੁੱਡਸ ਨੂੰ ਪ੍ਰੋਡਿਊਸ ਕਰਨਾ ਹੈ ਤਾਂ ਸਾਨੂੰ ਲੇਬਰ ਚਾਹੀਦੀ ਹੀ ਚਾਹੀਦੀ ਹੈ, ਚਾਹੇ ਮਸ਼ੀਨਾਂ ਹੀ ਕਿਉਂ ਨਾ यूज करते हुए, ਤਾਂ ਮਸ਼ੀਨਾਂ ਨੂੰ ਚਲਾਉਣ ਦੇ ਲਈ ਵੀ ਸਾਨੂੰ ਲੇਬਰ ਦੀ ਡਿਮਾਂਡ ਹੈ। ਲੇਬਰ ਕੀ ਹੈ, intangible factor of production है, as labor services are involved with the laborers and cannot be separated from him. The efforts used by household for production purpose, whether manual or intellectual, is known as labor. Labor is the flow concept, ਕਹਿੰਦੇ ਲੇਬਰ ਦਾ ਵਹਾਅ ਚੱਲਦਾ ਰਹਿੰਦਾ ਹੈ, flow concept ਹੈ, ਇਹ population ਤੇ depend ਕਰਦੀ ਹੈ ਤੇ ਜਿਹੜੇ ਵਰਕਰਸ ਡਿਲਿੰਗ ਨੇ ਉਹਨਾਂ ਤੇ ਡਿਪੈਂਡ ਕਰਦੀ ਹੈ ਲੇਬਰ ਦੀ ਸਪਲਾਈ। ਤੇ ਕਹਿੰਦੇ ਹਾਊਸ ਹੋਲਡਸ ਦੇ ਦੁਆਰਾ ਕੀਤੀ ਜਾਂਦੀ ਹੈ ਕਿਉਂਕਿ ਹਾਊਸ ਹੋਲਡਸ ਦੇ ਵਿੱਚੋਂ ਹੀ ਜਿਹੜੀ ਸਾਨੂੰ ਲੇਬਰ ਹੈ ਉਹ ਪ੍ਰੋਵਾਈਡ ਹੁੰਦੀ ਆ ਤੇ ਉਸਦੇ ਬਦਲੇ ਜਿਹੜਾ ਆਪਣਾ ਪ੍ਰੋਡਿਊਸਰ ਸੈਕਟਰ ਹੈ, ਪ੍ਰੋਡਕਸ਼ਨ ਸੈਕਟਰ ਹੈ, ਉਹ ਕੀ ਕਰਦਾ, ਗੁੱਡਸ ਪ੍ਰੋਵਾਈਡ ਕਰਦਾ ਤੇ ਆਪਣਾ ਹਾਊਸ ਹੋਲਡ ਸੈਕਟਰ ਲੇਬਰ ਪ੍ਰੋਵਾਈਡ ਕਰਦਾ। ਐਂਡ ਲੇਬਰ ਦੇ ਬਦਲੇ ਕੀ ਮਿਲਦੀਆਂ ਨੇ, ਵੇਜਿਸ ਮਿਲਦੀਆਂ ਨੇ। ਤਾਂ ਵੇਜਿਸ ਵੀ ਕਿੱਥੇ ਫਿਕਸ ਹੁੰਦੀਆਂ ਨੇ, ਕਹਿੰਦੇ ਇਹਦੇ ਲਈ ਵੀ ਥਿਊਰੀਜ਼ ਨੇ, ਵੇਜਿਸ ਉੱਥੇ ਫਿਕਸ ਹੁੰਦੀਆਂ ਨੇ ਜਿੱਥੇ ਡਿਮਾਂਡ ਐਂਡ ਸਪਲਾਈ ਆਫ ਲੇਬਰ ਕੀ ਹੁੰਦੀ ਹੈ, ਇਕੁਅਲ ਹੁੰਦੀ ਹੈ। And the third is capital. It is a tangible factor of production and refers to all forms of machinery, buildings, transport services that are used in the production process. ਕਹਿੰਦੇ ਕੈਪੀਟਲ ਦੇ ਵਿੱਚ ਪੂੰਜੀ ਲਈ ਜਾਂਦੀ ਆ, ਆਲ ਰਿਸੋਰਸਿਸ ਲਈ ਜਾਂਦੇ ਨੇ ਜਿਹੜੇ ਆਪਣੇ ਮਨੀ ਤੇ ਡਿਪੈਂਡ ਕਰਦੇ ਨੇ, ਜਿਨ੍ਹਾਂ ਦੀ ਕੋਈ ਨਾ ਕੋਈ ਵੈਲਿਊ ਹੁੰਦੀ ਆ। ਜਿਵੇਂ ਕਿ ਆਪਾਂ ਕਹਿ ਦਿੰਦੇ ਆ ਕਿ ਮਸ਼ੀਨਰੀ ਦੀ ਲੋੜ ਹੈ ਕਿਉਂਕਿ ਜਦੋਂ ਆਪਾਂ ਨੇ ਬਿਜ਼ਨਸ ਆਪਣਾ ਚਲਾਉਣਾ ਹੈ ਤਾਂ ਆਪਾਂ ਮਸ਼ੀਨਸ ਦੇ ਥਰੂ ਪ੍ਰੋਡਕਸ਼ਨ ਕਰਦੇ ਆ, ਤਾਂ ਮਸ਼ੀਨਰੀ ਐਂਡ ਬਿਲਡਿੰਗ ਸਾਨੂੰ ਆਪਣਾ ਪਲਾਂਟ ਵੀ ਚਾਹੀਦਾ ਹੈ ਜਿਹਦੇ ਵਿੱਚ ਆਪਾਂ ਪ੍ਰੋਸੈਸ ਕਰ ਸਕੀਏ ਪ੍ਰੋਡਕਸ਼ਨ ਨਾਲ ਰਿਲੇਟਡ। ਐਂਡ ਟਰਾਂਸਪੋਰਟ ਸਰਵਿਸਿਜ਼, ਸਾਨੂੰ ਗੁੱਡਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲਿਜਾਣ ਦੇ ਲਈ ਟਰਾਂਸਪੋਰਟ ਵੀ ਚਾਹੀਦੀ ਆ। ਦੈਟ ਆਰ ਯੂਜ਼ਡ ਇਨ ਪ੍ਰੋਡਕਸ਼ਨ ਪ੍ਰੋਸੈਸ। ਇਹ ਸਾਰੇ ਜਿਹੜੇ ਆਪਣੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਜਿਹੜੇ ਆਪਾਂ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ ਥਰੂ ਕੈਪੀਟਲ ਯੂਜ਼ ਕਰਦੇ ਆ, ਇਹ ਸਾਰੇ ਕੈਪੀਟਲ ਦੇ ਅੰਡਰ ਆਉਂਦੇ ਨੇ। ਤਾਂ ਕੈਪੀਟਲ ਦੇ ਬਦਲੇ ਸਾਨੂੰ ਕੀ ਦੇਣਾ ਪੈਂਦਾ ਹੈ, ਇੰਟਰਸਟ ਦੇਣਾ ਪੈਂਦਾ ਹੈ। ਤਾਂ ਕੈਪੀਟਲ ਨੂੰ ਲੋਨ ਤੇ ਵੀ ਅਸੀਂ ਲੈ ਸਕਦੇ ਹਾਂ ਥਰੂ ਦਾ ਆਰਬੀ ਐਂਡ ਕਮਰਸ਼ੀਅਲ ਬੈਂਕਸ। And the next is entrepreneurship. This refers to the intangible ability of an entrepreneur to conduct and organize the production process for producing goods and services. कहते entrepreneurship जो खुद प्रोड्यूसर है, जो खुद एक बिजनेसमैन है, उन्होंने एंटरप्रेन्योरशिप का नाम लेता है। कहते वो की करता है, पैसा इन्वेस्ट करता है। कहते विच अबिलिटी होनी चाहिए बिजनेस ਨੂੰ ਕੰਡਕਟ ਕਰਨ ਦੀ ਤੇ ਆਰਗੇਨਾਈਜ਼ ਕਰਨ ਦੀ ਪ੍ਰੋਡਕਸ਼ਨ ਨੂੰ, ਕਿ ਕਿਸ ਤਰ੍ਹਾਂ ਮੈਂ ਜ਼ਿਆਦਾ ਪ੍ਰੋਡਕਸ਼ਨ ਕਰ ਸਕਦਾ ਮਿਨੀਮਮ ਕਾਸਟ ਦੇ ਨਾਲ। ਕਹਿੰਦੇ ਇਸ ਤਰ੍ਹਾਂ ਉਹ ਆਪਣੇ ਪ੍ਰੋਡਕਸ਼ਨ ਪ੍ਰੋਸੈਸ ਨੂੰ ਦੇਖਦੇ ਹੋਏ, ਆਪਣੀ ਜੋ ਹੈ ਆਊਟਪੁੱਟ ਨੂੰ ਦੇਖਦੇ ਹੋਏ, ਸੇਲ ਨੂੰ ਦੇਖਦੇ ਹੋਏ, ਡਿਮਾਂਡ ਨੂੰ ਦੇਖਦੇ ਹੋਏ, ਜਿਹੜੀਆਂ ਗੁੱਡਸ ਐਂਡ ਸਰਵਿਸਿਜ਼ ਨੇ ਉਹਨਾਂ ਨਾਲ ਪ੍ਰੋਡਿਊਸ ਕਰਨ ਨਾਲ ਰਿਲੇਟਡ ਜੋ ਨੇ ਡਿਸੀਜਨਸ ਲੈਂਦਾ ਹੈ। ਤਾਂ ਐਂਟਰਪ੍ਰੀਨਿਓਰਸ ਨੂੰ ਜੋ ਵੀ ਗੁੱਡਸ ਨੇ ਉਹ ਉਹਨਾਂ ਦੀ ਪ੍ਰੋਡਕਸ਼ਨ ਕਰਦੇ ਤੇ ਪ੍ਰੋਡਕਸ਼ਨ ਤੋਂ ਬਾਅਦ ਉਹ ਕੀ ਕਰਦਾ, ਸੇਲ ਕਰਦਾ। ਤਾਂ ਐਂਟਰਪ੍ਰੀਨਿਓਰਸ ਨੂੰ ਕੀ ਮਿਲਦਾ ਹੈ, ਜੋ ਉਹ ਫੈਕਟਰ ਆਫ ਪ੍ਰੋਡਕਸ਼ਨਸ ਨੂੰ ਯੂਜ਼ ਕਰਕੇ ਪ੍ਰੋਡਕਸ਼ਨ ਕਰਦਾ ਉਸ ਦੇ ਬਦਲੇ ਉਹਨੂੰ ਪ੍ਰੋਫਿਟ ਮਿਲਦਾ ਹੈ ਕਿਉਂਕਿ ਉਹ ਜਦੋਂ ਪ੍ਰੋਡਕਸ਼ਨ ਕਰੇਗਾ, ਆਊਟਪੁੱਟ ਕਰੇਗਾ ਤੇ ਇਨਪੁਟਸ ਲਗਾਏਗਾ, ਫੈਕਟਰ ਆਫ ਪ੍ਰੋਡਕਸ਼ਨ ਲਗਾਏਗਾ, ਉਹਦੇ ਬਦਲੇ ਉਹਨੂੰ ਕਾਸਟ ਪੇ ਕਰਨੀ ਪਏਗੀ। ਕਾਸਟ ਕਿਹਦੇ ਕੋਲ ਜਾਏਗੀ, ਆਪਣੇ ਹਾਊਸ ਹੋਲਡ ਸੈਕਟਰ ਕੋਲ ਜਾਏਗੀ, ਜਿਵੇਂ ਕਿ ਲੇਬਰ ਦੇ ਬਦਲੇ ਵੇਜਿਸ ਐਂਡ ਲੈਂਡ ਦੇ ਬਦਲੇ ਰੈਂਟ। ਤੇ ਉਸ ਤੋਂ ਇਲਾਵਾ ਕਹਿੰਦੇ ਉਸਨੂੰ ਕੀ ਮਿਲੇਗਾ, ਜਦੋਂ ਆਪਣੀ ਪ੍ਰੋਡਕਸ਼ਨ ਨੂੰ ਸੇਲ ਕਰੇਗਾ, ਠੀਕ ਹੈ, ਹਾਊਸ ਹੋਲਡ ਸੈਕਟਰ ਦੀ ਡਿਮਾਂਡਸ ਨੂੰ ਪੂਰਾ ਕਰੇਗਾ ਤਾਂ ਉਸ ਦੇ ਬਦਲੇ ਉਹਨੂੰ ਕੀ ਮਿਲੇਗੀ, ਇਨਕਮ ਮਿਲੇਗੀ, ਰੈਵਨਿਊ ਮਿਲੇਗਾ। ਠੀਕ ਹੈ, ਤਾਂ ਉਹ ਕਹਿੰਦੇ ਰੈਵਨਿਊ ਤੇ ਕਾਸਟ ਨੂੰ ਡਿਕਰੀਜ਼ ਕਰਕੇ ਉਹ ਕੀ ਗੇਨ ਕਰਦਾ ਹੈ, ਪ੍ਰੋਫਿਟ ਗੇਨ ਕਰਦਾ। ਤਾਂ ਐਂਟਰਪ੍ਰੀਨਿਓਰ ਨੂੰ ਕੀ ਮਿਲੇਗਾ, ਪ੍ਰੋਫਿਟ ਮਿਲੇਗਾ। ਤਾਂ ਜਿਹੜੇ 4 ਫੈਕਟਰ ਆਫ ਪ੍ਰੋਡਕਸ਼ਨਸ ਨੇ ਇਹਨਾਂ ਨੂੰ ਆਪਣੇ ਇਹਨਾਂ ਦੇ ਕੀ ਮਿਲਣਗੇ, ਰਿਵਾਰਡ ਮਿਲਣਗੇ, ਇਹਨਾਂ ਦੀਆਂ ਪੇਮੈਂਟਸ ਮਿਲਣਗੀਆਂ ਫੈਕਟਰਸ ਦੀਆਂ। ਠੀਕ ਹੈ, ਦਿਸ ਇਜ਼ ਦਾ ਫੈਕਟਰ ਪੇਮੈਂਟਸ। ਠੀਕ ਹੈ, ਤੇ ਫੈਕਟਰ ਮਾਰਕੀਟਸ ਦੇ ਵਿੱਚ ਇਹ ਜਿਹੜੇ ਚਾਰੋਂ ਫੈਕਟਰ ਆਫ ਪ੍ਰੋਡਕਟਸ ਆਪਣੇ ਪ੍ਰੋਡਕਸ਼ਨਸ ਨੇ ਕੀ ਹੁੰਦੇ ਨੇ, ਅਵੇਲੇਬਲ ਹੁੰਦੇ ਨੇ। ਤਾਂ ਕਹਿੰਦੇ ਇਹ ਜਿਹੜੇ ਆਪਣੇ ਨੈਕਸਟ ਹੈ ਆਪਣਾ ਕਹਿੰਦੇ ਹਾਊਸ ਹੋਲਡ ਸਪਲਾਈ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ ਸਕਿੱਲਸ। ਕਹਿੰਦੇ 4 ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਆਪਾਂ ਨੇ ਸਰਕੂਲਰ ਫਲੋ ਦਿਖਾਇਆ ਹੈ ਆਫ ਫੈਕਟਰ ਆਫ ਪ੍ਰੋਡਕਸ਼ਨਸ ਐਂਡ ਗੁੱਡਸ ਐਂਡ ਸਰਵਿਸਿਜ਼ ਬਿਟਵੀਨ ਹਾਊਸ ਹੋਲਡ ਐਂਡ ਫਰਮਸ ਇਨ ਅ ਸਿੰਪਲ 2 ਸੈਕਟਰ ਇਕਨੋਮੀ।
मान लो कहते अपनी जी इकोनॉमी है टू सैक्टर इकोनॉमी टू सैक्टर इकोनॉमी मीनस ये सिर्फ टू सैक्टर्स पाए जाते हैं एक है अपना हाउस होल्ड सैक्टर्स दूजा है अपना प्रोड्यूसर सैक्टर्स इकोनॉमी ਦੇ ਵਿੱਚ ਓਨਲੀ ਟੂ ਸੈਕਟਰਸ ਪ੍ਰੋਡਿਊਸਰ ਸੈਕਟਰਸ ਨੂੰ ਆਪਾਂ ਫਰਮਸ ਸੈਕਟਰ ਵੀ ਬੋਲਦੇ ਆ ਐਂਡ ਹਾਊਸ ਹੋਲਡ ਸੈਕਟਰਸ ਜਿਹਦੇ ਵਿੱਚ ਕਹਿੰਦੇ प्रोडक्ट फैक्टर ऑफ प्रोडक्शन से ओनरशिप ਹੁੰਦੀ ਆ ਤਾਂ ਆਪਾਂ ਫਲੋ ਫੈਕਟਰ ਆਫ ਪ੍ਰੋਡਕਸ਼ਨ ਦੇਖਦੇ ਆ ਫਲੋ ਆਫ ਫੈਕਟਰ ਆਫ ਪ੍ਰੋਡਕਸ਼ਨ ਕਿ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹ ਕਿਸ ਤਰ੍ਹਾਂ ਮੂਵ ਹੁੰਦੇ ਨੇ ਫਰਮਸ ਦੇ ਕੋਲ ਤੇ ਕਿਸ ਤਰ੍ਹਾਂ ਜਿਹੜੇ ਗੁੱਡਸ ਐਂਡ ਸਰਵਿਸਿਜ਼ ਨੇ ਉਹ ਫਰਮਸ ਤੋਂ ਹਾਊਸ ਹੋਲਡ ਸੈਕਟਰ ਤੱਕ ਮੂਵ ਹੁੰਦੀਆਂ ਨੇ ਤਾਂ देयर आर ओनली टू sector economy ਆ ਹਾਊਸ ਹੋਲਡ ਸੈਕਟਰਸ ਐਂਡ ਦ ਸੈਕੰਡ ਇਜ਼ ਆ ਫਰਮਸ ਔਰ ਪ੍ਰੋਡਿਊਸਰ ਸੈਕਟਰ ਤਾਂ ਤੁਸੀਂ ਫਲੋ ਚਾਰਟ ਦੇ ਵਿੱਚ ਦੇਖ ਸਕਦੇ ਹੋ ਹਾਊਸ ਹੋਲਡ ਸਪਲਾਈ ਤਾਂ ਤੁਹਾਨੂੰ ਪਤਾ ਹੈ ਕਿ ਹਾਊਸ ਹੋਲਡ ਸੈਕਟਰਸ ਦੇ ਕੋਲ ਕੀ ਹੁੰਦਾ ਹੈ ਲੇਬਰ ਹੁੰਦੀ ਆ ਲੈਂਡ ਹੁੰਦੀ ਆ ਤੇ ਕੈਪੀਟਲ ਹੁੰਦੀ ਆ ਠੀਕ ਹੈ ਕਹਿੰਦੇ ਹਾਊਸ ਹੋਲਡ ਸੈਕਟਰ ਹੈ ਜਿਹੜਾ ਉਹ ਕੀ ਪ੍ਰੋਵਾਈਡ ਕਰਦਾ ਹੈ लैंड की सप्लाई करता है लेबर की सप्लाई करता है कैपिटल की सप्लाई करता है एंटरप्रेन्योर्स भी हाउस होल्ड सैक्टर तो ही आता है ते एंड दूसरी तरफ है फर्म्स प्रोड्यूसर्स ऑफ गुड्स एंड सर्विसेज कहते दूसरी तरफ फर्म्स है फर्म मींस प्रोड्यूसर्स कहते जेडे प्रोड्यूसर्स ने अपने बिजनेसमैन ने अपना प्रोड्यूसर सैक्टर है इंडस्ट्रियल सैक्टर है वो की प्रोवाइड करता है गुड्स एंड सर्विसेज जो प्रोडक्शन करता ठीक है फैक्टर ऑफ प्रोडक्शंस ਨੂੰ यूज करके ਤੇ ਉਹਨਾਂ ਨੂੰ ਕਿੱਥੇ ਦਿੰਦਾ ਹੈ ਆਪਣਾ ਜੋ ਹਾਊਸ ਹੋਲਡ ਸੈਕਟਰ ਹੈ ਉੱਥੇ ਦਿੰਦਾ ਹੈ ਤਾਂ ਦੇਖੋ ਫਰਮਸ ਨੇ ਸਭ ਤੋਂ ਪਹਿਲਾਂ ਕੀ ਕੀਤਾ ਫਰਮਸ ਨੂੰ ਫੈਕਟਰ ਆਫ ਪ੍ਰੋਡਕਸ਼ਨਸ ਦੀ ਲੋੜ ਹੁੰਦੀ ਹੈ ਠੀਕ ਹੈ ਪ੍ਰੋਡਕਸ਼ਨ ਕਰਨ ਦੇ ਲਈ ਕਿਉਂਕਿ ਉਹਨੇ ਕੀ ਕਰਨਾ ਹੁੰਦਾ ਗੁੱਡਸ ਐਂਡ ਸਰਵਿਸਿਜ਼ ਦੀ ਸਪਲਾਈ ਕਰਨਾ ਹੁੰਦਾ ਹੈ ਤਾਂ ਉਹ ਫੈਕਟਰ ਆਫ ਪ੍ਰੋਡਕਸ਼ਨ ਕਿੱਥੋਂ ਲੈਂਦਾ ਹੈ ਹਾਊਸ ਹੋਲਡ ਸੈਕਟਰ ਤੋਂ ਲੈਂਦਾ ਹੈ ਤਾਂ ਉਹ ਹਾਊਸ ਹੋਲਡ ਸੈਕਟਰ ਤੋਂ ਫੋਰ ਫੈਕਟਰ ਆਫ ਪ੍ਰੋਡਕਸ਼ਨਸ ਮੀਨਸ ਲੇਬਰ कैपिटल अपना लैंड एंड एंटरप्रेन्योर सारिया स्किल्स ने वो अपनी हाउस होल्ड सैक्टर तो लेगा ते उन्हां दा वो यूज करके की करेगा प्रोडक्शन करेगा आउटपुट करेगा ता ये सारिया जगह फोर फैक्टर ऑफ प्रोडक्शंस ने इन्हां नु इनपुट्स भी कहने हैं ता इनपुट्स दे बदले उन्हें की मिलेगी आउटपुट मिलेगी मींस उन्होंने गुड्स प्रोड्यूस किया ते गुड्स प्रोड्यूस करके वो सप्लाई कर रहे हैं कितने हाउस होल्ड सैक्टर्स दे विच क्योंकि जो भी वो प्रोडक्शन कर रहा है अपना प्रोड्यूसर सैक्टर्स उन्हां दी डिमांड कौन करेगा डिमांड उन्हां दी हाउस होल्ड सैक्टर ही करेगा आपा ही करांगे क्योंकि आपा नु की गुड्स की नीड है ठीक है गुड्स की सर्विसेज आप लवांगे फ्रॉम द प्रोड्यूसर सैक्टर्स ता जड़ी अपनी नेसेसिटी ने हाउस होल्ड सैक्टर दियां वो प्रोड्यूसर सैक्टर पूरी करेगा एंड प्रोड्यूसर सैक्टर्स दी जड़ी नेसेसिटीज ने जिवें कि फोर फैक्टर ऑफ प्रोडक्शंस वो कौन पूरा करेगा हाउस होल्ड सैक्टर करेगा जिवें कि हाउस होल्ड सैक्टर लैंड लेबर कैपिटल प्रोवाइड करेगा अपने प्रोड्यूसर सैक्टर नो ते प्रोड्यूसर सैक्टर उसका यूज करके गुड्स एंड सर्विसेज नो प्रोड्यूस करेगा ते जो भी डिमांड्स ने गुड्स एंड सर्विसेज नाल रिलेटेड हाउस होल्ड सैक्टर से उन्हां नु की करेगा पूरा करेगा तो जो भी कहते सप्लाई अपनी गुड्स एंड सर्विसेज दी वो किथे जा रही है हाउस होल्ड सैक्टर दे कोल जा रही है हाउस होल्ड सैक्टर्स डिमांड कर रहे हैं उन्हां दी ते डिमांड दे बदले की कर रहा मनी दी सप्लाई कर रहा है फर्म सैक्टर्स ਨੂੰ ਤੇ ਫਰਮ ਸੈਕਟਰਸ ਜੋ ਵੀ ਫੋਰ ਫੈਕਟਰ ਆਫ ਪ੍ਰੋਡਕਸ਼ਨਸ ਯੂਜ਼ ਕਰ ਰਹੀ ਹੈ ਥਰੂ ਦਾ ਹਾਊਸ ਹੋਲਡ ਸੈਕਟਰ ਲੈਂਡ ਲੇਬਰ ਕੈਪੀਟਲ ਤਾਂ ਉਹਨਾਂ ਦੇ ਬਦਲੇ ਕੀ ਕਰੇਗਾ पेमेंट्स किस ਨੂੰ ਆਪਣੇ ਹਾਊਸ ਹੋਲਡ ਸੈਕਟਰਸ ਨੂੰ ਤਾਂ ਇਸ ਤਰ੍ਹਾਂ ਮਨੀ ਦੀ ਵੀ ਟ੍ਰਾਂਸਫਰ ਹੋਏਗੀ ਐਂਡ ਜਿਹੜੇ ਰਿਸੋਰਸਿਸ ਗੁੱਡਸ ਐਂਡ ਸਰਵਿਸਿਜ਼ ਨੇ ਐਂਡ ਉਹਨਾਂ ਦੀ ਵੀ ਕੀ ਹੋਏਗੀ ਟ੍ਰਾਂਸਫਰਮੇਸ਼ਨ ਹੋਏਗੀ ਜੋ ਵੀ ਸਰਵਿਸਿਜ਼ ਨੇ ਹਾਊਸ ਹੋਲਡ ਸੈਕਟਰ ਫਰਮਸ ਨੂੰ ਦੇਗਾ ਤੇ ਫਰਮਸ सर्विसेज एंड गुड्स की प्रोडक्शन की देगा हाउस होल्ड सैक्टर्स को देगा ते इन्हां दे बदले उन्हां दोनों की करनी पैणगियां पेमेंट्स करनी पैणगियां तो दिस इज द सर्कुलर फ्लो ऑफ फैक्टर ऑफ प्रोडक्शंस एंड गुड्स एंड सर्विसेज किदे थ्रू दी जा रही है फर्म से थ्रू एंड प्रोड्यूसर्स के थ्रू एंड जेड़ा अपना हाउस होल्ड सैक्टर्स के थ्रू फैक्टर ऑफ प्रोडक्शन ते उन्हां दी ओनरशिप हुंदी आ फोर फैक्टर ऑफ प्रोडक्शंस ने जेडे ओ दिते जांदे ने हाउस होल्ड सैक्टर्स के थ्रू ਤਾਂ ਇਸ ਤਰ੍ਹਾਂ ਜਿਹੜਾ ਇਹ ਫਲੋ ਹੈ ਟੂ ਸੈਕਟਰ ਇਕਨੋਮੀ ਦੇ ਵਿੱਚ ਪ੍ਰੋਡਿਊਸਰਸ ਐਂਡ ਹਾਊਸ ਹੋਲਡ ਸੈਕਟਰਸ ਦੋਨਾਂ ਦੇ ਵਿੱਚ ਕੀ ਹੁੰਦਾ ਹੈ ਚੱਲਦਾ ਰਹਿੰਦਾ ਹੈ ਤਾਂ ਜਿਹੜੀ ਆਪਣੀ ਜਿਵੇਂ ਕਿ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਲੇਬਰ ਦੀ ਸਪਲਾਈ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ ਹਾਊਸ ਹੋਲਡ ਸੈਕਟਰ ਤੇ ਡਿਪੈਂਡ ਕਰਦੀ ਹੈ ਕਿ ਉਹਨਾਂ ਨੇ ਵਧਾਉਣੀਆਂ ਜਾਂ ਘਟਾਉਣੀਆਂ ਇਹ ਕਹਿੰਦੇ ਲੇਬਰ ਦੀ ਸਪਲਾਈ ਹੈ ਜਿਹੜੀ ਆਪਣੀ ਇਹ ਵੇਜਿਸ ਤੇ ਡਿਪੈਂਡ ਕਰਦੀ ਹੈ ਇਸ ਤਰ੍ਹਾਂ ਜਿਹੜੇ ਟੂ ਸੈਕਟਰਸ ਨੇ ਇਹ ਇੱਕ ਦੂਸਰੇ ਨਾਲ ਕੀ ਨੇ ਇੰਟਰਲਿੰਕ ਨੇ ਐਂਡ ਦ ਨੈਕਸਟ ਇਜ਼ concept of demand and then supply of a factor of productions ਕਹਿੰਦੇ ਕੀ ਹੈ ਇੱਥੇ two concepts ਨੇ demand and supply of a factors ਕਹਿੰਦੇ ਦੇਖੋ ਹੁਣ ਜਿਹੜੀ concept of demand and supply of factors ਸਭ ਤੋਂ ਪਹਿਲਾਂ ਦੇਖਦੇ ਆ ਕਹਿੰਦੇ ਮੈਕਰੋ ਇਕਨੋਮਿਕਸ ਦੇ ਵਿੱਚ ਆਪਣੇ ਡਿਮਾਂਡ ਤੇ ਸਪਲਾਈ ਦੇਖਿਆ ਹੈ ਡਿਮਾਂਡ ਦਾ ਮਤਲਬ ਕਿਸੇ ਚੀਜ਼ ਨੂੰ ਕੀ ਕਰਨਾ ਬਾਈ ਕਰਨਾ ਪਰਚੇਸ ਕਰਨਾ ਖਰੀਦਣਾ ਕਿਸੇ ਚੀਜ਼ ਦੀ ਮੰਗ ਕਰਨਾ ਐਂਡ ਸਪਲਾਈ ਦਾ ਕੀ ਮਤਲਬ ਹੈ ਕਿਸੇ ਚੀਜ਼ ਨੂੰ ਸੇਲ ਕਰਨਾ ਕਿਸੇ ਚੀਜ਼ ਨੂੰ ਪੇਸ਼ ਕਰਨਾ ਕਿਸੇ ਸਰਵਿਸਿਜ਼ ਨੂੰ ਦੇਣਾ ਕਿ ਤੁਸੀਂ ਇਹ ਲੈ ਲਓ ਤੇ ਇਹਦੇ ਬਦਲੇ ਮੈਨੂੰ ਪੇਮੈਂਟਸ ਕਰ ਦਿਓ ਤਾਂ ਇੱਥੇ ਕਹਿੰਦੇ ਕੀ ਆ ਡਿਮਾਂਡ ਦਿਖਾਈ ਹੋਈ ਆ ਠੀਕ ਹੈ
ਡਰਾਈਵਡ ਡਿਮਾਂਡ ਦਿਖਾਈ ਹੋਈ ਹੈ। ਫਰਸਟ ਇਜ਼ ਡਰਾਈਵ ਡਿਮਾਂਡ, ਕਹਿੰਦੇ ਇਹ ਡਿਮਾਂਡ ਫॉर ਆਫਿਸ ਸਪੇਸ ਬਾय द ਡਾਟਾ ਐਨਾਲਿਟਿਕ ਫਰਮਸ, ਜਦੋਂ ਕਹਿੰਦੇ ਇੱਕ ਕੰਪਨੀ ਦੇ ਦੁਆਰਾ ਕੀ ਕੀਤੀ ਜਾਂਦੀ ਹੈ, ਆਪਣੀ ਕਿਸੇ ਵੀ ਪ੍ਰੋਡਕਟ ਫੈਕਟਰ ਆਫ ਪ੍ਰੋਡਕਸ਼ਨ ਦੀ ਡਿਮਾਂਡ ਕੀਤੀ ਜਾਂਦੀ ਹੈ ਕਿ ਮੈਨੂੰ ਜਿਹੜਾ ਹੈ ਫੈਕਟਰ ਆਫ ਜਿਹੜਾ ਹੈ ਪ੍ਰੋਡਕਸ਼ਨਸ ਮੀਨਸ ਜਿਵੇਂ ਕਿ ਇਹਨਾਂ ਨੇ ਕਲੋਥ ਦੇ ਲਈ ਕਾਟਨ ਦੀ ਡਿਮਾਂਡ ਕੀਤੀ ਹੈ, ਠੀਕ ਹੈ। ਡਰਾਈਵਡ ਡਿਮਾਂਡ ਦਿਖਾਈ ਹੋਈ, ਡਰਾਈਵਡ ਡਿਮਾਂਡ ਦੇ ਥਰੂ ਕੀ ਹੈ, ਜੋ ਵੀ ਆਪਾਂ ਆਪਣੀ ਕੁਆਂਟੀਟੀ ਉਹਨੂੰ ਕੀ ਕਰਦੇ ਆ, ਪ੍ਰੋਡਿਊਸ ਕਰਦੇ ਆ, ਤਾਂ ਕਹਿੰਦੇ ਜਿੰਨੀ ਆਪਣੀ ਡਿਮਾਂਡ ਹੈ ਉਸ ਤੇ ਕਹਿੰਦੇ ਜਿਹੜੀ ਆਪਣੀ ਸਪਲਾਈ ਹੈ ਉਹ ਡਿਪੈਂਡ ਕਰਦੀ ਹੈ ਕਿ ਜਿੰਨੀ ਡਿਮਾਂਡ ਜ਼ਿਆਦਾ ਹੋਏਗੀ ਉਨੀ ਹੀ ਸਪਲਾਈ ਹੀ ਜ਼ਿਆਦਾ ਹੋਏਗੀ। ਕਹਿੰਦੇ ਇੱਥੇ ਕੀ ਆ, ਮੈਨੇਜਰਸ ਦੇ ਥਰੂ ਕਹਿੰਦੇ ਜਿਹੜੇ ਵਰਕਰਸ ਨੇ ਉਹਨਾਂ ਦੇ ਥਰੂ ਕੀ ਕੀਤੀ ਜਾਂਦੀ ਹੈ, ਆਪਣੇ ਰॉ ਮਟੀਰੀਅਲ ਦੀ ਵੀ ਡਿਮਾਂਡ ਕੀਤੀ ਜਾਂਦੀ ਹੈ, ਲੇਬਰ ਦੀ ਵੀ ਡਿਮਾਂਡ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਇਹ ਕਿਉਂਕਿ ਇਹਨਾਂ ਨੇ ਕੰਜ਼ਿਊਮ ਕਰਨਾ ਹੁੰਦਾ ਹੈ, ਤੇ ਦੇਖੋ ਟੂ ਟਾਈਪਸ ਦੀ ਡਿਮਾਂਡ ਹੋ ਸਕਦੀ ਹੈ, ਇੱਕ ਤਾਂ ਪ੍ਰੋਡਿਊਸਰ ਸੈਕਟਰ ਦੇ ਥਰੂ ਹੋ ਸਕਦੀ ਹੈ, ਇੱਕ ਹਾਊਸਹੋਲਡ ਸੈਕਟਰ ਦੇ ਥਰੂ ਹੋ ਸਕਦੀ ਹੈ। ਜਿਹੜਾ ਆਪਣਾ ਹਾਊਸਹੋਲਡ ਸੈਕਟਰ ਹੈ ਉਹ ਕਿਸ ਚੀਜ਼ ਦੀ ਡਿਮਾਂਡ ਕਰੇਗਾ, ਉਹ ਕਾਟਨ ਦੀ ਡਿਮਾਂਡ ਕਰੇਗਾ ਫॉर द ਕਲੋਥਸ ਨੂੰ ਪ੍ਰੋਡਿਊਸ ਕਰਨ ਦੇ ਲਈ, ਮੀਨਸ ਰॉ ਮਟੀਰੀਅਲ ਦੀ। ਐਂਡ ਉਸ ਤੋਂ ਬਾਅਦ ਜਿਹੜਾ ਆਪਣਾ ਹਾਊਸਹੋਲਡ ਸੈਕਟਰ ਉਹ ਕਿਸ ਚੀਜ਼ ਦੀ ਡਿਮਾਂਡ ਕਰੇਗਾ, ਉਹ ਕਲੋਥ ਦੀ ਡਿਮਾਂਡ ਕਰੇਗਾ, ਜੋ ਫਾਈਨਲ ਪ੍ਰੋਡਕਟ ਹੈ ਆਪਣਾ, ਜਿਸ ਨੂੰ ਆਪਣਾ ਯੂਜ਼ ਕਰਕੇ ਆਪਾਂ ਆਪਣੇ ਕਲੋਥਸ ਨੂੰ ਪਹਿਨ ਸਕਦੇ ਹਾਂ। ਤਾਂ ਫਿਰ ਕਹਿੰਦੇ ਇੱਥੇ ਡਿਮਾਂਡ ਦਿਖਾਈ ਹੋਈ ਆ, ਉਹ ਐਕਸ ਅਕਸ਼ ਤੇ ਆਪਣੀ ਫਰਸਟ ਡਾਇਗਰਾਮ ਦੇ ਵਿੱਚ ਕੁਆਂਟੀਟੀ ਆਫ ਕਲੋਥ ਦਿਖਾਈ ਹੋਈ ਹੈ, ਐਂਡ ਉਹ ਵਾਈ ਤੇ ਪ੍ਰਾਈਸ ਆਫ ਕਲੋਥ ਦਿਖਾਇਆ ਹੋਇਆ ਹੈ, ਐਂਡ ਉਹ ਐਕਸ ਤੇ ਕੁਆਂਟੀਟੀ ਆਫ ਕਾਟਨ ਦਿਖਾਈ ਹੋਈ ਹੈ, ਐਂਡ ਉਹ ਵਾਈ ਤੇ ਪ੍ਰਾਈਸ ਆਫ ਕਾਟਨ ਦਿਖਾਇਆ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਾਟਨ ਕਲੋਥਸ ਹੈ, ਤਾਂ ਕਾਟਨ ਤੋਂ ਹੀ ਕਾਟਨ ਦਾ ਕਲੋਥ ਹੈ ਜਿਹੜਾ ਬਣੇਗਾ, ਤਾਂ ਇੱਥੇ ਪਹਿਲਾਂ ਰॉ ਮਟੀਰੀਅਲ ਮੀਨਸ ਜਿਹੜਾ ਫੈਕਟਰ ਆ ਉਹਦੀ ਡਿਮਾਂਡ ਦਿਖਾਈ ਹੋਈ ਆ, ਤਾਂ ਫੈਕਟਰ ਦੀ ਡਿਮਾਂਡ ਤੁਸੀਂ ਸੈਕੰਡ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਲੈਫਟ ਰਾਈਟ ਕੀ ਹੈ, ਡਾਊਨਵਰਡ ਹੈ ਡਿਮਾਂਡ ਦਾ, ਲੈਫਟ ਰਾਈਟ ਡਾਊਨਵਰਡ ਹੈ, ਤਾਂ ਮਤਲਬ ਇਹ ਹੈ ਕਿ ਜਦੋਂ ਪ੍ਰਾਈਸ ਕਾਟਨ ਦਾ ਜ਼ਿਆਦਾ ਹੋਏਗਾ ਤਾਂ ਕਾਟਨ ਦੀ ਡਿਮਾਂਡ ਘੱਟ ਹੋਏਗੀ, ਜਦੋਂ ਪ੍ਰਾਈਸ ਕਾਟਨ ਦਾ ਘੱਟ ਹੋਏਗਾ ਤਾਂ ਕਹਿੰਦੇ ਕਾਟਨ ਦੀ ਡਿਮਾਂਡ ਜ਼ਿਆਦਾ ਹੋਏਗੀ। ਤੇ ਇਨਵਰਸ ਰਿਲੇਸ਼ਨਸ਼ਿਪ ਹੈ ਬਿਟਵੀਨ ਦਾ ਡਿਮਾਂਡ ਐਂਡ ਪ੍ਰਾਈਸ, ਠੀਕ ਹੈ। ਤਾਂ ਮਤਲਬ ਜੇ ਆਪਾਂ ਕਾਟਨ ਦੀ ਗੱਲ ਕਰੀਏ, ਫੈਕਟਰ ਆਫ ਪ੍ਰੋਡਕਸ਼ਨ ਦੀ ਗੱਲ ਕਰੀਏ, ਰॉ ਮਟੀਰੀਅਲ ਦੀ ਗੱਲ ਕਰੀਏ, ਤਾਂ ਕਹਿੰਦੇ ਜਦੋਂ ਤਾਂ ਆਪਣਾ ਪ੍ਰਾਈਸ ਜ਼ਿਆਦਾ ਹੋਏਗਾ ਮੀਨਸ ਕਾਟਨ ਦਾ, ਠੀਕ ਹੈ, ਆਪਣੇ ਪੇਮੈਂਟਸ ਜ਼ਿਆਦਾ ਹੋਣਗੀਆਂ, ਤਾਂ ਕੋਈ ਵੀ ਜਿਹੜਾ ਪ੍ਰੋਡਿਊਸਰ ਹੈ ਉਹ ਕਾਟਨ ਦੀ ਘੱਟ ਡਿਮਾਂਡ ਕਰੇਗਾ, ਐਂਡ ਜਦੋਂ ਪ੍ਰਾਈਸਿਸ ਘੱਟ ਗਿਆ ਕਾਟਨ ਦਾ, ਉਹ ਕਾਟਨ ਦੀ ਜ਼ਿਆਦਾ ਡਿਮਾਂਡ ਕਰੇਗਾ। ਇਸੇ ਤਰ੍ਹਾਂ ਕਲੋਥ ਹੈ, ਠੀਕ ਹੈ, ਕਲੋਥ ਦੀ ਵੀ ਫਸਟ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਉਹ ਐਕਸ ਤੇ ਕੁਆਂਟੀਟੀ ਆਫ ਕਲੋਥ ਐਂਡ ਉਹ ਵਾਈ ਤੇ ਪ੍ਰਾਈਸ ਆਫ ਕਲੋਥ ਲਿਖਤਾ ਹੋਇਆ ਹੈ। ਜਿਹੜੀ ਡਿਮਾਂਡ ਕਰਵ ਹੈ ਲੈਫਟ ਰਾਈਟ ਡਾਊਨਵਰਡ ਹੈ, ਜੋ ਇਨਵਰਸ ਰਿਲੇਸ਼ਨਸ਼ਿਪ ਦੱਸ ਰਹੀ ਹੈ ਬਿਟਵੀਨ ਦਾ ਪ੍ਰਾਈਸ ਐਂਡ ਕੁਆਂਟੀਟੀ ਆਫ ਕਲੋਥ। ਜਦੋਂ ਪ੍ਰਾਈਸ ਜ਼ਿਆਦਾ ਹੈ ਤਾਂ ਕਲੋਥ ਦੀ ਕੁਆਂਟੀਟੀ ਆਪਾਂ ਘੱਟ ਲੈ ਰਹੇ ਹਾਂ, ਜਦੋਂ ਪ੍ਰਾਈਸ ਘਟ ਗਿਆ ਕਲੋਥ ਦਾ ਤਾਂ ਕੁਆਂਟੀਟੀ ਜਿਹੜੇ ਹੈ ਆਪਣੇ ਕੰਜ਼ਿਊਮਰਸ ਉਹਨਾਂ ਨੇ ਡਿਮਾਂਡ ਜ਼ਿਆਦਾ ਕਰ ਦਿੱਤੀ ਕਲੋਥ ਦੀ। ਤਾਂ ਇਸ ਤਰ੍ਹਾਂ ਕੀ ਹੈ, ਡਰਾਈਵਡ ਡਿਮਾਂਡ, ਡਿਮਾਂਡ ਕਹਿੰਦੇ ਪ੍ਰਾਈਸ ਤੇ ਡਿਪੈਂਡ ਕਰਦਾ ਹੈ। ਅਗਰ ਕਹਿੰਦੇ ਜਿਵੇਂ ਕਿ ਫੈਕਟਰ ਆਫ ਪ੍ਰੋਡਕਸ਼ਨ ਹੋਣ ਚਾਹੇ ਆਪਣੀ दूसरी गुड्स की डिमांड होवे तो वो प्राइस से डिपेंड करता है। अगर प्राइस ज्यादा होएगा तो डिमांड घट होएगी, अगर प्राइस घट होएगा तो डिमांड ज्यादा होएगी। एंड सप्लाई भी प्राइस से डिपेंड करता, अगर तो प्राइस ज्यादा होएगा तो सप्लाई ज्यादा होएगी, क्योंकि इतने सप्लाई ते जिहड़ी अपनी है सप्लाई ते प्राइस के विच पॉजिटिव रिलेशनशिप है। अगर प्राइस ज्यादा होएगा तो सप्लाई ज्यादा होएगी, फैक्टर ऑफ प्रोडक्शन की भी ते गुड्स की भी, दोनों सैक्टर्स के थ्रू। अगर प्राइस घट होएगा तो सप्लाई की होएगी ਘੱਟ ਹੋਏਗੀ। ਤੇ ਇਹਨਾਂ ਦੀ ਕੀ ਹੁੰਦੀ ਹੈ, ਇੰਟਰਡਿਪੈਂਡੈਂਟ ਡਿਮਾਂਡ ਵੀ ਹੁੰਦੀ ਹੈ। ਕਹਿੰਦੇ ਕਈ ਫੈਕਟਰਸ ਦੀ ਡਿਮਾਂਡ ਇੱਕ ਦੂਸਰੇ ਤੇ ਕੀ ਕਰਦੀ ਹੁੰਦੀ ਹੈ, ਡਿਪੈਂਡ ਕਰਦੀ ਹੁੰਦੀ ਹੈ, ਜਿਵੇਂ ਕਿ ਕੈਪੀਟਲ ਐਂਡ ਆਪਣਾ ਲੇਬਰ ਹੋ ਗਿਆ। ਤਾਂ ਕਿਉਂਕਿ ਇੱਥੇ ਟੂ ਟੈਕਨੀਕਸ ਆਫ ਪ੍ਰੋਡਕਸ਼ਨਸ ਨੇ, ਕੈਪੀਟਲ ਐਂਡ ਲੇਬਰਸ, ਤਾਂ ਕਹਿੰਦੇ ਇੱਥੇ ਇਹ ਦੇਖਣਾ ਸਾਨੂੰ ਪਏਗਾ ਕਿ ਕਿਸ ਫੈਕਟਰਸ ਦੀ ਜਿਹੜੀ ਹੈ ਪ੍ਰਾਈਸ ਘੱਟ ਹੈ ਉਸਦੀ ਕੀ ਹੋਏਗੀ, ਡਿਮਾਂਡ ਜ਼ਿਆਦਾ ਹੋਏਗੀ। ਜਿਸ ਫੈਕਟਰ ਦੀ ਪ੍ਰਾਈਸ ਜ਼ਿਆਦਾ ਹੋਏਗੀ ਉਸਦੀ ਡਿਮਾਂਡ ਕੀ ਹੋਏਗੀ, ਘੱਟ ਹੋਏਗੀ। एंड द नैक्सट इज इंटरडिपेंडेंट डिमांड दिखाई हुई है, जिमें कि ਤੁਹਾਨੂੰ मैं दसिया है कि ਜਿਹੜੇ 4 फैक्टर ऑफ प्रोडक्शंस ने लेबर लैंड कैपिटल इन्हां दी डिमांड की हुंदी है, इंटरडिपेंडेंट हुंदी है। ते कहंदे लेबर दी ਜਿਹੜੀ डिमांड है वो किस चीज ते डिपेंड करदी है, मार्जिनल प्रोडक्टिविटी ऑफ लेबर, कि लेबर दी ਜਿਹੜੀ मार्जिनल फिजिकल प्रोडक्टिविटी कितनी है, कि ਜਦੋਂ ਆਪਾਂ ਇੱਕ ਲੇਬਰ ਯੂਜ਼ ਕਰਦੇ ਆ ਤਾਂ ਉਹ ਸਾਨੂੰ ਕਿੰਨਾ ਪ੍ਰੋਡਿਊਸ ਕਰਕੇ ਦਿੰਦੀ ਆ। ਅਗਰ ਲੇਬਰ ਦੀ ਪ੍ਰੋਡਕਟਿਵਿਟੀ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਹੈ ਉਹ ਜ਼ਿਆਦਾ ਹੋਏਗੀ ਤਾਂ ਕਹਿੰਦੇ ਲੇਬਰ ਦੀ ਡਿਮਾਂਡ ਜ਼ਿਆਦਾ ਹੋਏਗੀ। ਅਗਰ ਲੇਬਰ ਦੀ ਪ੍ਰੋਡਕਟਿਵਿਟੀ ਘੱਟ ਹੋਏਗੀ ਤਾਂ ਲੇਬਰ ਦੀ ਡਿਮਾਂਡ ਘੱਟ ਹੋਏਗੀ। ਤਾਂ ਲੇਬਰ ਦੀ ਡਿਮਾਂਡ ਹੈ ਜਿਵੇਂ ਕਿ ਕਿਸ ਚੀਜ਼ ਤੇ ਡਿਪੈਂਡ ਕਰਦੀ ਆ, ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਆਫ ਲੇਬਰ। ਲੇਬਰ ਦੀ ਜਿਹੜੀ ਹੈ ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਉਸ ਤੇ ਡਿਪੈਂਡ ਕਰਦੀ ਆ। ਇੱਥੇ ਇੰਟਰਡਿਪੈਂਡੈਂਟ ਡਿਮਾਂਡ ਨੂੰ ਸਮਝਾਉਣ ਦੇ ਲਈ 3 ਕਨਸੈਪਟ ਨੇ। ਫਰਸਟ ਇਜ਼ ਅ MMP, ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ, ਐਂਡ ਸੈਕੰਡ ਇਜ਼ ਅ VMP,
value of marginal product, and third is the MRP, marginal revenue productivity. marginal revenue product भी ਆਪਾਂ ਇਹਨੂੰ ਬੋਲ ਸਕਦੇ ਹਾਂ। and first ਕੀ ਆ marginal physical product, ਜਿਹਨੂੰ marginal physical productivity ਬੋਲਦੇ ਆ। ਕਹਿੰਦੇ the marginal physical product of a factor productions like labor, the addition output produced when an extra unit of the factor of productions worker is added, the factor of productions remaining constant। ਕਹਿੰਦੇ MMP ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਸਾਨੂੰ ਕੀ ਦੱਸਦੀ ਹੈ, ਕੀ ਹੁੰਦੀ ਆ ਜਦੋਂ ਆਪਾਂ ਆਪਣੀ ਆਊਟਪੁੱਟ ਵਧਾਉਣ ਦੇ ਲਈ ਲੇਬਰ ਦਾ ਇੱਕ ਯੂਨਿਟ ਜ਼ਿਆਦਾ ਇਨਕਰੀਜ਼ ਕਰਦੇ ਆ। ਠੀਕ ਹੈ, ਜਿਵੇਂ ਕਿ ਪਹਿਲਾਂ ਅਸੀਂ 9 ਯੂਨਿਟ ਲੇਬਰ ਲੈਂਦੇ ਸੀ, 9% ਲੇਬਰ ਲੈਂਦੇ ਸੀ, ਹੁਣ ਅਸੀਂ 10% 1% ਹੋਰ ਵਧਾਤਾ, ਤਾਂ 1% ਵਧਾਉਣ ਦੇ ਨਾਲ ਸਾਡੀ ਜਿਹੜੀ ਆਪਣੀ ਆਊਟਪੁੱਟ ਹੈ, ਫਿਜ਼ੀਕਲ ਪ੍ਰੋਡਕਸ਼ਨ ਹੈ, ਤਾਂ ਉਹਦੇ ਵਿੱਚ ਕਿੰਨੇ ਪਰਸੈਂਟ ਚੇਂਜ ਆਇਆ, ਕਿੰਨਾ ਚੇਂਜ ਆਇਆ। ਦਿਸ ਇਜ਼ ਦਾ MPP, ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ। ਇੱਕ ਲੇਬਰ ਇਨਕਰੀਜ਼ ਕਰਨ ਦੇ ਨਾਲ ਆਪਣੀ ਟੋਟਲ ਪ੍ਰੋਡਕਸ਼ਨ ਦੇ ਵਿੱਚ ਜੋ ਇਨਕਰੀਜ਼ ਆਏਗਾ, that is a marginal physical productivity। ਤਾਂ ਇਹਨੂੰ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ। ਫॉर ਐਗਜ਼ਾਮਪਲ ਜਿਵੇਂ ਕਿ ਪਹਿਲਾਂ ਕਿਸੇ ਜਦੋਂ ਮੈਂ 10 ਲੇਬਰ ਯੂਜ਼ ਕਰਦਾ ਸੀ ਤਾਂ ਮੇਰੀ ਆਊਟਪੁੱਟ ਕਿੰਨੀ ਸੀ, 100 ਗੁੱਡਸ ਮੈਂ ਪ੍ਰੋਡਿਊਸ ਕਰਦਾ ਸੀ। ਲੇਕਿਨ ਹੁਣ ਮੈਂ ਜਦ 1 ਯੂਨਿਟ ਲੇਬਰ ਦਾ ਹੋਰ ਇਨਕਰੀਜ਼ ਕੀਤਾ, 11 ਯੂਨਿਟ ਹੋ ਗਈ ਮੇਰੀ ਲੇਬਰ। ਠੀਕ ਹੈ, ਤਾਂ ਉਹਦੇ ਥਰੂ ਮੇਰੀ ਆਊਟਪੁੱਟ ਕਿੰਨੀ ਇਨਕਰੀਜ਼ ਹੋਈ ਆ, 100 to 110 ਹੋ ਗਈ। ਤਾਂ ਮਤਲਬ 110 minus 100, ठीक है, 110 and 11 जो मैं एक लेबर ज्यादा यूज की होती है, एंड 10 लेबर दी 100 है, तो 110 minus 100 is equal to 10। ਤਾਂ ਜਿਹੜਾ ਮੈਂ 11th लेबर ज्यादा यूज की है, एक यूनिट ज्यादा इंक्रीज किया लेबर ਦੇ ਨਾਲ, ਤਾਂ ਉਹਦੀ ਪ੍ਰੋਡਕਟਿਵਿਟੀ ਕਿੰਨੀ ਹੈ, 10 ਹੈ, ਕਿਉਂਕਿ ਉਹ 10 ਗੁੱਡਸ ਨੂੰ ਕੀ ਆ ਪ੍ਰੋਡਿਊਸ ਕਰਦਾ ਹੈ। that is a marginal physical productivity। ਤੇ ਆਪਾਂ ਇਹਨੂੰ ਕਿੱਦਾਂ ਕੈਲਕੂਲੇਟ ਕਰ ਸਕਦੇ ਆ, marginal physical productivity is equal to change in total production divided by change in number of units of factor of production। change in total production, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ total production ਦੇ ਵਿੱਚ change ਪਹਿਲਾਂ 100 ਸੀ, ਹੁਣ 110 ਹੋ ਗਿਆ, ਇੱਕ ਯੂਨਿਟ ਇਨਕਰੀਜ਼ ਕਰਨ ਦੇ ਨਾਲ, ਤਾਂ 110 minus 100। and change in number of units of factor of production, ਪਹਿਲਾਂ 10 ਸੀਗੇ, ਹੁਣ 11 ਨੇ, then 11 minus 10 ਪਹਿਲਾਂ ਵਾਲਾ ਹੁਣ ਵਾਲਾ ਲੇਬਰ ਜੋ ਪਹਿਲਾਂ ਵਾਲਾ ਲੇਬਰ ਮਾਈਨਸ ਕਰਾਂਗੇ, ਤਾਂ ਜੋ ਬਚ ਗਿਆ that is a change in labor ਦੀ ਕੁਆਂਟੀਟੀ, and ਹੁਣ ਵਾਲੀ ਆਊਟਪੁੱਟ ਜੋ ਪਹਿਲਾਂ ਵਾਲੀ ਆਊਟਪੁੱਟ ਮਾਈਨਸ ਕਰਾਂਗੇ ਤਾਂ that is a change in total productions। ਦੋਨਾਂ ਨੂੰ ਡਿਵਾਈਡ ਕਰਾਂਗੇ ਤਾਂ ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਸਾਡੀ ਉਹ ਪਤਾ ਲੱਗ ਜਾਏਗੀ। ਤੇ ਦੂਸਰਾ ਇਹਨੂੰ ਮੇਜ਼ਰ ਕਰਨ ਦਾ ਇੱਕ ਮੈਥਡ ਹੈ, ਜਦੋਂ ਆਪਾਂ ਟੋਟਲ ਪ੍ਰੋਡਕਟਿਵਿਟੀ ਜੋ ਹੁਣ ਹੋ ਰਹੀ ਹੈ ਉਸ ਤੋਂ ਪਿਛਲੇ ਵਾਲੀ ਪ੍ਰੋਡਕਟਿਵਿਟੀ ਨੂੰ ਮਾਈਨਸ ਕਰੀਏ ਤਾਂ ਆਪਣੀ ਜਿਹੜੀ ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਐਂਡ ਦ ਨੈਕਸਟ ਇਜ਼ ਦਾ VMP, ਜਿਹਨੂੰ ਆਪਾਂ ਕਹਿੰਦੇ ਆ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ। ਕਹਿੰਦੇ marginal revenue product is additional revenue due to highest of an additional of workers। ਕਹਿੰਦੇ marginal ਜਿਹੜੀ ਹੈ ਆਪਣੀ value marginal production ਸਾਨੂੰ ਕੀ ਦੱਸਦੀ ਹੈ ਵੀ ਆਪਾਂ ਦਾ concept of value of marginal product, also known as the marginal value product, refers to the value of output as estimated using information or market prices। when prices of a product is multiplied with the marginal physical productivity of a factor of productions, you can derive value of marginal। means marginal ਜਿਹੜੀ productivity ਉਹਦੀ value ਕਿੰਨੀ ਹੈ, ਜਦੋਂ ਕਹਿੰਦੇ ਤੁਸੀਂ price of output ਦੇ price ਨੂੰ into ਕਰੋਗੇ ਕਿਹਦੇ ਨਾਲ, ਮਲਟੀਪਲਾਈ ਕਰੋਗੇ ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਆਫ ਅ ਫੈਕਟਰ, ਕਿ ਇੱਕ ਫੈਕਟਰ ਦੀ ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਐਨੀ ਹੈ ਤੇ ਪ੍ਰਾਈਸ ਆਫ ਦਾ ਆਊਟਪੁੱਟ ਐਨਾ ਹੈ, ਦੋਨਾਂ ਨੂੰ ਮਲਟੀਪਲਾਈ ਕਰੋਗੇ ਤਾਂ ਆਪਣੀ ਜਿਹੜੀ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਆਪਾਂ ਕੀ ਆ ਮੈਜ਼ਰ ਕਰ ਸਕਦੇ ਕਿ ਆਪਣੀ ਮਾਰਜਨਲ ਪ੍ਰੋਡਕਟਿਵਿਟੀ ਦੀ ਐਨੀ ਕੀ ਆ ਵੈਲਿਊ ਹੈ। ਐਂਡ ਦ ਨੈਕਸਟ ਇਜ਼ MRP, ਜਿਹਨੂੰ ਆਪਾਂ ਕੀ ਬੋਲਦੇ ਆ, ਮਾਰਜਨਲ ਰੈਵਨਿਊ ਪ੍ਰੋਡਕਟ ਬੋਲਦੇ ਆ। ਠੀਕ ਹੈ, ਤਾਂ ਮਾਰਜਨਲ ਜਿਹੜਾ ਰੈਵਨਿਊ ਪ੍ਰੋਡਕਟ ਆਪਾਂ ਕਿੱਦਾਂ ਕੱਢ ਸਕਦੇ ਹਾਂ, ਜਿਵੇਂ ਕਿ ਮਾਰਜਨਲ ਰੈਵਨਿਊ ਪ੍ਰੋਡਕਟ ਦਾ ਮਤਲਬ ਹੈ ਕਿ ਜਦੋਂ ਆਪਾਂ ਇੱਕ ਜਿਹੜਾ ਪ੍ਰੋਡਕਟ ਪ੍ਰੋਡਿਊਸ ਕੀਤਾ ਹੈ ਇੱਕ ਲੇਬਰ ਨੂੰ ਇਨਕਰੀਜ਼ ਕਰਕੇ, ਤਾਂ ਉਸ ਪ੍ਰੋਡਕਟ ਨੂੰ ਜਦੋਂ ਆਪਾਂ ਸੇਲ ਕਰਾਂਗੇ ਤਾਂ ਉਹ ਤੋਂ ਸਾਨੂੰ ਕਿੰਨਾ ਰੈਵਨਿਊ ਮਿਲੇਗਾ ਉਸ ਦੀ ਸੇਲ ਤੋਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪਹਿਲਾਂ 10 ਲੇਬਰ ਯੂਜ਼ ਕਰਦੇ ਸੀ, ਫਿਰ 11 ਲੇਬਰ, ਪਹਿਲਾ ਪ੍ਰੋਡਕਸ਼ਨ 100 ਗੁੱਡਸ ਦੀ ਸੀ, ਬਾਅਦ ਦੇ ਵਿੱਚ 110 ਗੁੱਡਸ ਪ੍ਰੋਡਿਊਸ ਹੁੰਦੀਆਂ ਸੀਗੀਆਂ, ਤਾਂ ਹੁਣ ਕੀ ਹੈ 10 ਜਿਹੜੀ ਹੈ ਪ੍ਰੋਡਕਸ਼ਨ ਇਨਕਰੀਜ਼ ਹੋਈ 10 ਗੁੱਡਸ ਦੀ, ਤਾਂ ਇੱਕ ਲੇਬਰ ਲਗਾਉਣ ਦੇ ਨਾਲ ਤਾਂ ਉਹ 10 ਗੁੱਡਸ ਦੀ ਕਿੰਨਾ 10 ਗੁੱਡਸ ਨੂੰ ਸੇਲ ਕਰਕੇ ਸਾਨੂੰ ਕਿੰਨਾ ਰੈਵਨਿਊ ਮਿਲ ਰਿਹਾ ਹੈ, that is a marginal revenue productivity। ਆਪਾਂ ਇਹਨੂੰ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ, ਚੇਂਜ ਇਨ ਟੋਟਲ ਰੈਵਨਿਊ, ਜੋ ਸਾਨੂੰ ਟੋਟਲ ਰੈਵਨਿਊ
हो रहा है ਉਹਦੇ ਵਿੱਚ ਚੇਂਜ, ਜਿਵੇਂ ਕਿ ਪਹਿਲਾਂ ਕਿੰਨਾ ਸੀਗਾ 100 ਹੁਣ 110 110 minus 100, this is the change in total revenue and change in number of units of a factor of production, number of units ਦੇ ਵਿੱਚ ਕਿੰਨਾ ਚੇਂਜ ਆ 1, ਠੀਕ ਹੈ। ਪਹਿਲਾਂ 10 ਸੀ ਹੁਣ 11। then ਆਪਣੀ ਜਿਹੜੀ ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ ਆ ਉਹ ਕੀ ਹੈ, ਨਿਕਲ ਆਏਗੀ। ਤਾਂ ਐਮਆਰਪੀ ਦਾ ਦੂਸਰਾ ਫਾਰਮੂਲਾ ਕੀ ਹੈ, ਮਾਰਜਨਲ ਰੈਵਨਿਊ, ਜੋ ਆਪਣਾ ਮਾਰਜਨਲ ਰੈਵਨਿਊ ਹੋ ਰਿਹਾ ਹੈ ਇਨਟੂ ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ, ਤਾਂ ਆਪਾਂ ਦੋਨਾਂ ਨੂੰ ਮਲਟੀਪਲਾਈ ਕਰਾਂਗੇ, ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ ਸਾਨੂੰ ਦਿਖ ਜਾਏਗੀ। ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ ਮਤਲਬ ਕਿ ਜੋ ਆਪਾਂ ਨੇ ਐਕਸਟਰਾ ਵਿਦ ਦਾ ਹੈਲਪ ਆਫ ਲੇਬਰ ਪ੍ਰੋਡਿਊਸ ਕੀਤਾ ਹੈ ਉਹਨੂੰ ਸੇਲ ਕਰਨ ਤੇ ਸਾਨੂੰ ਉਸ ਤੋਂ ਕਿੰਨਾ ਰੈਵਨਿਊ ਮਿਲ ਰਿਹਾ ਹੈ, that is the marginal revenue productivity। ਇਹ 3 ਨੇ, MMP, VMP and MRP, ਕਹਿੰਦੇ ਇਹ ਕੀ ਨੇ, ਇੱਕ ਦੂਸਰੇ ਤੇ ਇੰਟਰਡਿਪੈਂਡੈਂਟ। and the next is units of labor, ਜਿਵੇਂ ਕਿ ਤੁਸੀਂ ਇਸ with the help of ਇਹਦੇ ਥਰੂ ਵੀ ਦੇਖ ਸਕਦੇ ਹੋ, ਕੈਲਕੂਲੇਟ ਕਰ ਸਕਦੇ ਹੋ, ਠੀਕ ਹੈ। ਆਪਣੇ ਫੈਕਟਰ ਆਫ ਪ੍ਰੋਡਕਸ਼ਨਸ ਦੇ ਵਿੱਚ ਇੰਟਰਡਿਪੈਂਡੈਂਸ ਨੂੰ ਕਿਸ ਤਰ੍ਹਾਂ ਜਿਹੜੇ ਇਹ ਇੱਕ ਦੂਸਰੇ ਤੇ ਡਿਪੈਂਡ ਨੇ। ਫਰਸਟ ਤੇ ਯੂਨਿਟਸ ਆਫ ਵਰਕਰ ਦਿਖਾਇਆ ਹੋਇਆ ਹੈ 0 1 2 3 4 5 ਕਿ ਪਹਿਲਾਂ ਸੀ 0 ਨੰਬਰ ਜਿਹੜੇ ਵਰਕਰਸ ਨੇ ਯੂਜ਼ ਕਰ ਰਹੇ ਹੋ, मतलब कोई भी वर्कर यूज नहीं कर रहे, उधर टोटल प्रोडक्शन दिखाई है सारी, टीपी दिखाई है तो 0 है, टोटल प्रोडक्शन 0 है, जो नंबर ऑफ वर्कर्स 0 ने। एंड मार्जिनल प्रोडक्टिविटी भी साडी की है इनफिनिटी है, सानू नहीं पता है क्योंकि 0 प्रोडक्शन है। एंड मार्केट प्राइस ऑफ अ ब्रेड, ਜਿਹੜਾ ਆਪਾਂ ਬ੍ਰੈਡ ਦੀ ਪ੍ਰੋਡਕਸ਼ਨ ਕਰਨੀ ਸਟਾਰਟ ਕੀਤੀ ਹੈ ਤਾਂ ਬ੍ਰੈਡ ਦਾ ਜੋ ਮਾਰਕੀਟ ਪ੍ਰਾਈਸ ਹੈ ਉਹ ਕਿੰਨਾ ਹੈ 10 ਰੁਪੀਸ ਹੈ। ਐਂਡ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਉਹ ਵੀ ਸਾਨੂੰ ਨਹੀਂ ਪਤਾ ਹੈ। ਐਂਡ ਟੋਟਲ ਰੈਵਨਿਊ ਹਜੇ नहीं है TR क्योंकि 0 प्रोडक्शन है। एंड मार्जिनल रेवेन्यू भी 0 है क्योंकि 0 प्रोडक्शन है। मार्जिनल रेवेन्यू प्रोडक्ट MRP भी 0 ही है। एंड उस तो बाद जो यूनिट्स ऑफ वर्कर्स ਆਪਾਂ ਨੇ 1 ਲਗਾਇਆ, ਆਪਾਂ ਇੱਥੇ ਵਰਕਰ ਤੇ ਹੈਲਪ ਦੇ ਨਾਲ ਪ੍ਰੋਡਕਸ਼ਨ ਕਰ ਰਹੇ ਹਾਂ, ਜਦੋਂ ਯੂਨਿਟਸ ਆਫ ਵਰਕਰ 1 ਲਗਾਇਆ ਤਾਂ ਆਪਣੀ ਜਿਹੜੀ ਟੋਟਲ ਪ੍ਰੋਡਕਸ਼ਨ ਹੈ 20, ਉਹਨੇ 20 ਬ੍ਰੈਡ ਨੂੰ ਕੀ ਕੀਤਾ ਹੈ, ਪ੍ਰੋਡਿਊਸ ਕੀਤਾ ਹੈ। ਤਾਂ ਮਾਰਜਨਲ ਪ੍ਰੋਡਕਟਿਵਿਟੀ ਸਾਡੀ ਕਿੰਨੀ ਹੈ, MMP। ਪਹਿਲਾਂ ਆਪਾਂ 0 ਪ੍ਰੋਡਕਸ਼ਨ ਕਰ ਰਹੇ ਹਾਂ, ठीक है, जो 0 लेबर सी, ਜਦੋਂ 1 ਆਪਾਂ ਨੇ ਲੇਬਰ ਯੂਜ਼ ਕੀਤੀ ਤਾਂ ਉਹਨੇ ਕਿੰਨਾ ਗੁੱਡਸ ਨੂੰ, ਕਿੰਨੇ ਬ੍ਰੈਡ ਨੂੰ ਪ੍ਰੋਡਿਊਸ ਕੀਤਾ 20 ਨੂੰ। ਤਾਂ ਇੱਕ ਲੇਬਰ ਦੀ ਜਿਹੜੀ ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਉਹ ਕਿੰਨੀ ਹੈ 20 ਹੈ। ਜਦੋਂ 20 ਮਾਈਨਸ 0 ਕਰਾਂਗੇ ਤਾਂ 20 ਸਾਡਾ MPP ਨਿਕਲ ਆਏਗਾ। ਤੇ ਉਸ ਤੋਂ ਬਾਅਦ ਪ੍ਰਾਈਸ ਆਫ ਦਾ ਬ੍ਰੈਡ ਕਿੰਨੀ ਹੈ 10 ਹੈ। ਤੇ ਉਸ ਤੋਂ ਬਾਅਦ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ, ਜਦੋਂ ਆਪਾਂ MMP ਨੂੰ ਪ੍ਰਾਈਸ ਦੇ ਨਾਲ ਡਿਵਾਈਡ ਮਲਟੀਪਲਾਈ ਕਰਾਂਗੇ ਤਾਂ ਜਿਹੜਾ ਹੈ ਵੈਲਿਊ ਆਫ ਮਾਰਜਨਲ ਪ੍ਰੋਡਕਟਿਵਿਟੀ ਸਾਡਾ ਉਹ ਕੀ ਹੈ, ਨਿਕਲ ਆਏਗਾ। ਤਦ ਕੀ ਆ 20 into 10 is equal to 200। ਤੇ ਉਸ ਤੋਂ ਬਾਅਦ TR ਟੋਟਲ ਰਿਵੈਨਿਊ ਸਾਨੂੰ ਕਿੰਨਾ ਹੋਇਆ ਹੈ। ਟੋਟਲ ਰਿਵੈਨਿਊ ਨੂੰ ਕੈਲਕੂਲੇਟ ਕਰਨ ਦੇ ਲਈ ਆਪਾਂ ਜਿਹੜੀ ਆਪਣੀ ਟੋਟਲ ਪ੍ਰੋਡਕਸ਼ਨ ਹੈ ਉਹਨੂੰ ਆਪਾਂ ਜਿਹੜਾ ਹੈ ਮਾਰਕੀਟ ਪ੍ਰਾਈਸ ਉਹਦੇ ਨਾਲ ਮਲਟੀਪਲਾਈ ਕਰਾਂਗੇ। ਦੈਨ 20 into 10 is equal to 200। ਤੇ ਉਸ ਤੋਂ ਬਾਅਦ ਮਾਰਜਨਲ ਰੈਵਨਿਊ ਆਪਣਾ ਕੀ ਹੈ MR, ठीक है। तो ये तुसी देख सकते हो दैट इज अ 10 क्योंकि पहला कितना है अपना मार्जिनल रेवेन्यू कांस्टेंट है 10 है। तो उस तो बाद क्योंकि 30 20 तो उस तो बाद है अपना MRP, मार्जिनल रेवेन्यू प्रोडक्टिविटी, दैट इज अ 200, ठीक है। तो ਇਹਨੂੰ ਵੀ ਤੁਸੀਂ ਜਿਹੜੀ ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ ਹੈ, ਮਾਰਜਨਲ ਰੈਵਨਿਊ ਮਾਰਜਨਲ ਫਿਜ਼ੀਕਲ ਪ੍ਰੋਡਕਟ ਦੇ ਨਾਲ ਡਿਵਾਈਡ ਕਰਕੇ 20 into 10 ਨੂੰ देख सकते हो। तो उसके बाद है अपना जो नंबर ऑफ यूनिट्स अपन ने 2 लगाए, एक लेबर ज्यादा लगाई तो अपनी टोटल प्रोडक्शन से इंक्रीज हो गए 30 होगी। एंड MPP मार्जिनल फिजिकल प्रोडक्टिव ਦੇ ਵਿੱਚ ਕਿੰਨਾ ਚੇਂਜ ਆਇਆ, ਇੱਕ ਲੇਬਰ ਹੋਰ ਲਗਾਉਣ ਦੇ ਨਾਲ 30 minus 20 is equal to 10। तो सेकंड लेबर ने 10 प्रोडक्शन की है एंड प्राइस ऑफ द ब्रेड कांस्टेंट है 10। एंड उस तो बाद मार्जिनल प्रोडक्टिविटी कितनी है ਤਾਂ ਤੁਸੀਂ 10 into 10 MMP ਨੂੰ ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਨੂੰ ਬ੍ਰੈਡ ਦੀ ਪ੍ਰਾਈਸ ਦੇ ਨਾਲ ਮਲਟੀਪਲਾਈ ਕਰੋਗੇ ਤਾਂ 10 into 10 is equal to 100। ਤੇ ਉਸ ਤੋਂ ਬਾਅਦ ਆਪਣਾ ਟੋਟਲ ਰੈਵਨਿਊ ਦੇਖਣ ਦੇ ਲਈ ਟੋਟਲ ਪ੍ਰੋਡਕਸ਼ਨਸ ਇਨਟੂ ਆਪਣਾ ਹੈ MPP ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ। ਤਾਂ ਟੋਟਲ ਪ੍ਰੋਡਕਸ਼ਨ ਨੂੰ MPP ਦੇ ਨਾਲ ਮਲਟੀਪਲਾਈ ਕਰੋਗੇ, ਆਪਣਾ ਜਿਹੜਾ ਹੈ ਪ੍ਰਾਈਸ ਆਫ ਦ ਬ੍ਰੈਡ ਦੇ ਨਾਲ ਮਲਟੀਪਲਾਈ ਕਰੋਗੇ, दैट इज अ 30 into 10 is equal to 300। तो इस बार मार्जिनल रेवेन्यू आ गया, मार्जिनल रेवेन्यू अपना की है 10 है। एंड उस तो बाद क्योंकि 30 minus 20 is equal to 10 एंड उस तो बाद है अपना मार्जिनल रेवेन्यू प्रोडक्टिविटी, दैट इज 100। 10 into 10 is equal to 100। ਤੇ ਉਸ ਤੋਂ ਬਾਅਦ ਹੈ ਆਪਣਾ ਜਦੋਂ ਥਰਡ ਲੇਬਰ ਯੂਜ਼ ਕੀਤੀ ਤਾਂ
total production ਦੇ ਵਿੱਚ increase 35 and marginal productivity 35 minus 30 is equal to 10 and price of the bread is constant and marginal productivity VM की है अपनी value of marginal productivity MPP into price ਨੂੰ multiply करेंगे 5 into 10 is equal to 50 and ਉਸ ਤੋਂ ਬਾਅਦ total revenue ਸਾਡਾ कितना है फिर multiply करेंगे ਆਪਾਂ 35 into 5 into 10 ठीक है 350 and ਉਸ ਤੋਂ ਬਾਅਦ 10 MR and ਉਸ ਤੋਂ ਬਾਅਦ MRP अपना 50 है 10 into 5 ਤੇ ਉਸ ਤੋਂ ਬਾਅਦ MPP ਨੂੰ ਆਪਾਂ ਪ੍ਰਾਈਸ ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣਾ MRP ਨਿਕਲ ਆਏਗਾ ਤੇ ਉਸ ਤੋਂ ਬਾਅਦ 4 ਨੰਬਰ ਆਫ ਯੂਨਿਟਸ ਦਾ ਆਇਆ ਤਾਂ 38 ਪ੍ਰੋਡਕਸ਼ਨ ਟੋਟਲ ਐਂਡ MPP ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਜਿਹੜੀ ਉਹ ਕੱਟ ਕੇ ਕਿੰਨੀ ਹੋਗੀ 3 ਹੋਗੀ ਜਿਵੇਂ ਜਿਵੇਂ ਆਪਾਂ ਲੇਬਰ ਦੀ ਜਿਹੜੀ ਹੈ डिमांड करते जा रहे हैं उनमें हमें टोटल प्रोडक्शन अपनी पहले ज्यादा इंक्रीज हो रही है इंक्रीजिंग रेट के नाल ते उस तो बाद डिक्रीजिंग रेट के नाल इंक्रीज हो रही है मतलब मार्जिनल फिजिकल प्रोडक्टिविटी है जी पर लेबर दी की हो रही है डिक्रीज हो रही है एंड उस तो बाद वीएमपी भी अपनी किया डिक्रीज हो रही है एंड टीआर अपना किया इंक्रीज हो रहा है टोटल रेवेन्यू मार्जिनल रेवेन्यू कांस्टेंट है एंड एमआरपी अपना किया डिक्रीज हो रहा है मार्जिनल रेवेन्यू प्रोडक्टिविटी क्योंकि लेबर ज्यादा यूज करने के नाल एक पर्टिकुलर टाइम तो बाद ਜਿਹੜੀ ਆਪਣੀ ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਆਫ ਲੇਬਰ ਹੈ ਉਹ ਕੀ ਹੋਣੀ ਸਟਾਰਟ ਹੋ ਜਾਂਦੀ ਹੈ ਡਿਕਰੀਜ਼ ਹੋਣੀ ਸਟਾਰਟ ਹੋ ਜਾਂਦੀ ਹੈ that is the relationship between the MRP VMP and MPP TP and MR and the next is demand for factor of productions ਕਹਿੰਦੇ ਜਿਹੜੇ factor of productions ਨੇ ਆਪਾਂ ਉਹਨਾਂ ਦੀ ਡਿਮਾਂਡ ਕਰਦੇ ਆ ਕਹਿੰਦੇ demand curve of factor of productions can differ depending upon the types of market structure we are discussing ਜਿਵੇਂ ਕਿ ਜਿਹੜੇ 4 factor of demand factor of productions ਨੇ ਤਾਂ ਇਹਨਾਂ ਦੀ ਜਿਹੜੀ ਡਿਮਾਂਡ ਹੈ ਡਿਫਰੈਂਟ ਹੁੰਦੀ ਆ ਆਪਾਂ ਨੇ ਦੇਖੀਏ ਕਿ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਅਲੱਗ ਹੋਏਗੀ ਮੋਨੋਪੋਲੀ ਦੇ ਵਿੱਚ ਅਲੱਗ ਹੋਏਗੀ क्योंकि ਇਹਨਾਂ ਦਾ MRP ਤੇ ਜਿਹੜੀ ਆਪਣੀ VMP ਹੈ ਉਹ ਸੇਮ ਨਹੀਂ ਹੁੰਦੀ ਉਹ ਵੀ ਕੀ ਹੁੰਦੀ ਹੈ ਡਿਫਰੈਂਟ ਹੀ ਹੁੰਦੀ ਹੈ ਤਾਂ ਕਹਿੰਦੇ VMP as well as MRP curves if the market demand curve of affect a single MRP curve would not given the market demand curve for the factor of productions ਕਹਿੰਦੇ ਜਿਹੜੀ ਆਪਣੀ factor of production ਦੀ ਡਿਮਾਂਡ ਹੈ ਇਹ MRP ਤੇ ਡਿਪੈਂਡ ਕਰਦੀ ਆ ਮਾਰਜਨਲ ਰੈਵਨਿਊ ਪ੍ਰੋਡਕਸ਼ਨ ਤੇ ਡਿਪੈਂਡ ਕਰਦੀ ਆ ਫਿਰ ਜਿਵੇਂ ਕਿ ਫੈਕਟਰ ਆਫ ਪ੍ਰੋਡਕਸ਼ਨ ਹੈ ਜਿਵੇਂ ਕਿ ਲੇਬਰ ਦੀ ਡਿਮਾਂਡ ਕਿਸ ਚੀਜ਼ ਤੇ ਡਿਪੈਂਡ ਕਰੇਗੀ ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ ਤੇ ਪ੍ਰੋਡਕਸ਼ਨ ਤੇ ਡਿਪੈਂਡ ਕਰੇਗੀ ਕਿ ਜੋ ਲੇਬਰ ਡਿਮਾਂਡ ਆਪਣੀ ਲੇਬਰ ਨੂੰ ਆਪਾਂ डिमांड कर रहे हैं तो उसके थ्रू साडी ਜਿਹੜੀ ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਉਹ ਕਿੰਨੀ ਹੈ ਤੇ ਉਸ ਦੇ ਥਰੂ ਕਹਿੰਦੇ ਆਪਾਂ ਸੇਲ ਕਰਕੇ ਉਸ ਨੂੰ ਕਿੰਨਾ ਜਿਹੜਾ ਮਾਰਜਨਲ ਰੈਵਨਿਊ ਕੈਲਕੂਲੇਟ ਕਰ ਸਕਦੇ ਆਪਾਂ ਜਿਹੜਾ ਰੈਵਨਿਊ ਨੂੰ ਕੰਪੇਅਰ ਕਰਦੇ ਆ ਕਾਸਟ ਦੇ ਨਾਲ ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ ਐਸ ਡਿਮਾਂਡ ਕਰਵ ਕਹਿੰਦੇ ਐਮਆਰਪੀ ਕੀ ਆਪਣੀ ਇਹ ਡਿਮਾਂਡ ਕਰਵ ਹੈ ਲੇਬਰ ਦੀ ਠੀਕ ਹੈ ਇਹਨੂੰ ਡਿਮਾਂਡ ਕਰਵ ਪੇਸ਼ ਕੀਤਾ ਗਿਆ ਹੈ ਲੇਬਰ ਦੀ ਤਾਂ ਕੀ ਹੈ ਕਹਿੰਦੇ ਜਿਵੇਂ ਕਿ ਆਪਾਂ ਤਾਂ ਤੁਸੀਂ ਦੇਖੇ ਕਿ ਪਿਛਲੇ ਡਾਇਗਰਾਮ ਦੇ ਵਿੱਚ ਜਿਹੜਾ ਐਮਆਰਪੀ ਆ ਉਹ ਡਿਕਰੀਜ਼ ਹੁੰਦਾ ਜਾ ਰਿਹਾ ਜਿਵੇਂ ਜਿਵੇਂ ਲੇਬਰ ਦੀ ਡਿਮਾਂਡ ਇਨਕਰੀਜ਼ ਹੁੰਦੀ ਜਾ ਰਹੀ ਹੈ ਤਾਂ ਇੱਥੇ ਕੀ ਹੈ ਜਿਹੜਾ ਹੈ ਆਪਣਾ ਐਮਆਰਪੀ ਜਦੋਂ ਲੇਬਰ ਦੀ ਪ੍ਰਾਈਸ ਜ਼ਿਆਦਾ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਮਾਰਜਨਲ ਰੈਵਨਿਊ ਪ੍ਰੋਡਕਸ਼ਨ ਐਂਡ ਨੰਬਰ ਆਫ ਵਰਕਰਸ ਨੂੰ ਕੀਆ ਲਿਖਤਾ ਹੈ ਜਿਵੇਂ ਜਿਵੇਂ ਨੰਬਰ ਆਫ ਵਰਕਰਸ ਨੇ ਜਿਹੜੇ ਇਨਕਰੀਜ਼ ਹੋਣਗੇ ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ ਆ ਜਿਹੜੀ ਆਪਣੀ ਲੇਬਰ ਦੀ ਵਰਕਰ ਦੀ ਉਹ ਕੀ ਹੋਏਗੀ ਡਿਕਰੀਜ਼ ਹੋਏਗੀ ਕਿਉਂਕਿ ਮਾਰਜਨਲ ਫਿਜ਼ੀਕਲ ਪ੍ਰੋਡਕਟਿਵਿਟੀ ਵੀ ਡਿਕਰੀਜ਼ ਹੋਏਗੀ ਉਹਦੀ ਐਫੀਸ਼ੀਐਂਸੀ ਪਾਵਰ ਘਟੇਗੀ ਉਹਨਾਂ ਦੀ ਵਰਕਿੰਗ ਕੈਪੈਸਿਟੀ ਘਟੇਗੀ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਉਹ ਐਕਸ ਤੇ ਆਪਾਂ ਨੂੰ ਨੰਬਰ ਆਫ ਵਰਕਰਸ ਦਿਖਾਏ ਹੋਏ ਨੇ ਐਂਡ ਉਹ ਵਾਈ ਤੇ ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ ਦਿਖਾਈ ਹੋਈ ਆ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਜਦੋਂ revenue productivity number of workers ਆਪਾਂ less use ਕਰਦੇ ਆ 2 use ਕਰਦੇ ਆ ਤਾਂ marginal physical productivity ਜਿਹੜੀ ਉਹ 100 ਹੈ ਜਦੋਂ number of laborers ਆਪਾਂ 1 use ਕਰਦੇ ਆ ਤਾਂ marginal revenue productivity ਆਪਣੀ ਕਿੰਨੀ ਹੈ 200 ਹੈ ਇਸ 1 labor ਦੇ ਥਰੂ ਜੋ ਪ੍ਰੋਡਕਸ਼ਨ ਹੋ ਰਹੀ ਹੈ ਉਹਨੂੰ ਸੇਲ ਕਰਕੇ ਆਪਾਂ ਜਿਹੜਾ ਰੈਵਨਿਊ ਹੈ ਉਹ 200 ਲੈ ਰਹੇ ਆ ਜ਼ਿਆਦਾ ਰੈਵਨਿਊ ਲੈ ਰਹੇ ਆ ਜਿਵੇਂ ਆਪਾਂ ਨੇ 2 ਲੇਬਰ ਇੱਕ ਨੰਬਰ ਲੇਬਰ ਦਾ ਇਨਕਰੀਜ਼ ਕੀਤਾ ਇੱਕ ਯੂਨਿਟ ਹੋਰ ਲਿੱਤਾ ਵਰਕਰਸ ਦਾ ਤਦ ਆਪਣੀ ਜਿਹੜੀ ਮਾਰਜਨਲ ਰੈਵਨਿਊ ਪ੍ਰੋਡਕਟ ਹੈ ਆਪਣਾ ਇਨਕਮ ਹੈ ਉਹ ਘਟ ਕੇ ਕਿੰਨੀ ਹੋਗੀ 100 ਹੋਗੀ ਜਦੋਂ ਇੱਕ ਹੋਰ ਲੇਬਰ ਦਾ ਆਪਾਂ ਨੇ increase ਕੀਤੀ 3 ਲੇਬਰ ਲਿੱਤੀ ਤਾਂ ਫਿਰ 50 ਆਪਣਾ ਰੈਵਨਿਊ ਹੈ ਐਂਡ ਉਸ ਤੋਂ ਬਾਅਦ ਜਦੋਂ 4th ਲੇਬਰ ਲਿੱਤੀ ਤਾਂ ਆਪਣਾ ਰੈਵਨਿਊ ਉਸ ਤੋਂ ਘੱਟ 25 ਹੈ ਐਂਡ 6 ਆਪਣਾ ਲੇਬਰ ਲਿੱਤੀ ਤਾਂ ਮਾਰਜਨਲ ਰੈਵਨਿਊ ਆਪਣਾ ਕਿੰਨਾ ਹੈ 0 ਹੈ 6 ਲੇਬਰ ਦੀ ਪ੍ਰੋਡਕਸ਼ਨ ਦਾ ਠੀਕ ਹੈ ਤਾਂ ਜਿਵੇਂ ਜਿਵੇਂ ਨੰਬਰ ਆਫ ਵਰਕਰਸ ਦੀ ਆਪਾਂ ਡਿਮਾਂਡ ਇਨਕਰੀਜ਼ ਕਰਦੇ ਆ ਆਪਣਾ ਜਿਹੜਾ ਮਾਰਜਨਲ ਰੈਵਨਿਊ ਹੈ ਉਹ ਕੀ ਹੁੰਦਾ ਹੈ ਡਿਕਰੀਜ਼ ਹੁੰਦਾ ਹੈ ठीक है तो फैक्टर ऑफ प्रोडक्शन की जी डिमांड है वो एम आर पे डिपेंड करती है जिथे एम आर अपना 0 हो जाएगा उस तो बाद अपना जरा है
ਲੇਬਰ ਦੀ ਡਿਮਾਂਡ ਨਹੀਂ ਕਰਾਂਗੇ ਕਿਉਂਕਿ ਉਦੋਂ ਸਾਨੂੰ ਲਾਸ ਸਟਾਰਟ ਹੋ ਜਾਏਗਾ, ਉੱਥੇ ਸਾਡੀ ਕਾਸਟ ਕੀ ਹੋ ਜਾਏਗੀ, ਇਨਕਰੀਜ਼ ਹੋ ਜਾਏਗੀ। ਤਾਂ ਆਪਾਂ ਕੰਪੈਰੀਜ਼ਨ ਕਰਦੇ ਹਾਂ ਫੈਕਟਰ ਆਫ ਪ੍ਰੋਡਕਸ਼ਨਸ ਨੂੰ, ਜਿਸ ਨੂੰ ਵੀ ਆਪਾਂ ਲੈ ਰਹੀਏ ਉਹਦੀ ਡਿਮਾਂਡ ਤਦ ਕਰਾਂਗੇ ਜਦੋਂ ਉਹ ਤੋਂ ਮਿਲਣ ਵਾਲਾ ਰੈਵਨਿਊ ਉਹਦੀ ਕਾਸਟ ਦੇ ਪ੍ਰਾਈਸ ਦੇ ਇਕੁਅਲ ਨਹੀਂ ਹੁੰਦਾ। ਅਗਰ ਕਾਸਟ ਤੋਂ ਪੇਮੈਂਟਸ ਤੋਂ ਰੈਵਨਿਊ ਜ਼ਿਆਦਾ ਹੋ ਰਿਹਾ ਤਾਂ ਇਟਸ ਮੀਨਸ ਆਪਾਂ ਉਹਦੀ ਡਿਮਾਂਡ ਕਰਾਂਗੇ, ਅਗਰ ਕਾਸਟ ਤੋਂ ਰੈਵਨਿਊ ਘੱਟ ਹੋ ਰਿਹਾ ਤਾਂ ਉਹਦੀ ਡਿਮਾਂਡ ਆਪਾਂ ਬੰਦ ਕਰ ਦੇਵਾਂਗੇ। ਤਾਂ ਮਾਰਜਨਲ ਰੈਵਨਿਊ ਤੇ ਡਿਪੈਂਡ ਕਰਦਾ ਹੈ ਕਿ ਇੱਕ ਯੂਨਿਟ ਵਧਾਉਣ ਦੇ ਨਾਲ ਉਸ ਤੋਂ ਸਾਨੂੰ ਕਿੰਨਾ ਰੈਵਨਿਊ ਮਿਲ ਰਿਹਾ ਹੈ। ਤਾਂ ਲੇਬਰ ਦੀ ਜਿਵੇਂ ਜਿਵੇਂ ਡਿਮਾਂਡ ਵਧਾਵਾਂਗੇ ਤਾਂ ਆਪਣਾ ਜਿਹੜਾ ਰੈਵਨਿਊ ਕੀ ਹੋਏਗਾ, ਘਟਦਾ ਜਾਏਗਾ, ਇੱਕ ਪੁਆਇੰਟ ਤੇ ਆ ਕੇ ਜ਼ੀਰੋ ਵੀ ਹੋ ਜਾਏਗਾ। ਐਂਡ ਦ ਨੈਕਸਟ ਇਜ਼ ਦਾ ਸਪਲਾਈ ਆਫ ਫੈਕਟਰ ਆਫ ਪ੍ਰੋਡਕਸ਼ਨ। ਜਿਵੇਂ ਕਿ ਆਪਾਂ ਨੇ ਦੇ ਲਿਆ ਜਿਹੜੀ ਆਪਣੀ ਡਿਮਾਂਡ ਹੈ ਫੈਕਟਰ ਆਫ ਪ੍ਰੋਡਕਸ਼ਨ ਸੀ ਉਹ ਆਪਣੇ ਰੈਵਨਿਊ ਤੇ ਡਿਪੈਂਡ ਕਰਦੀ ਹੈ, ਪ੍ਰਾइस ਤੇ ਡਿਪੈਂਡ ਕਰਦੀ ਹੈ। ਐਂਡ ਜਿਹੜੀ ਸਪਲਾਈ ਆਫ ਦਾ ਫੈਕਟਰ ਆਫ ਪ੍ਰੋਡਕਸ਼ਨ ਹੈ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ, ਡਿਮਾਂਡ ਦੀ ਤਰ੍ਹਾਂ ਸਪਲਾਈ ਆਫ ਫੈਕਟਰ ਆਫ ਪ੍ਰੋਡਕਸ਼ਨ ਕੀ ਹੈ, ਪੇਮੈਂਟਸ ਤੇ ਡਿਪੈਂਡ ਕਰਦੀ ਹੈ। ਕਹਿੰਦੇ ਮੋਸਟ ਫੈਕਟਰ ਆਫ ਪ੍ਰੋਡਕਸ਼ਨਸ ਆਰ ਪ੍ਰਾਈਵੇਟਲੀ ਓਨ ਟੂ ਦ ਫ੍ਰੀ ਮਾਰਕੀਟ ਇਕਨੋਮੀ। ਤੁਹਾਨੂੰ ਪਤਾ ਹੈ ਕਿ ਹਾਊਸ ਹੋਲਡ ਸੈਕਟਰਸ ਦੇ ਦੁਆਰਾ ਜਿਹੜੇ ਆਪਣੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹ ਪ੍ਰੋਵਾਈਡ ਕੀਤੇ ਜਾਂਦੇ ਨੇ। ਤਦ ਕਹਿੰਦੇ ਜਿਵੇਂ ਕਿ ਲੇਬਰ, ਕੈਪੀਟਲ ਐਂਡ ਲੈਂਡ ਹੋ ਗਈ ਆਪਣੀ, ਇਹ ਨੰਬਰ ਆਫ ਇਕਨੋਮਿਕ ਤੇ ਨਾਨ ਇਕਨੋਮਿਕਸ ਕਹਿੰਦੇ ਐਕਟੀਵਿਟੀਜ਼ ਇਹਨਾਂ ਦੇ ਥਰੂ ਹੁੰਦੀਆਂ ਨੇ। ਤਾਂ ਕਹਿੰਦੇ ਜਿਹੜੇ ਆਪਣੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਇਹਨਾਂ ਦੀ ਜਿਹੜੀ ਸਪਲਾਈ ਹੈ ਉਹ ਬਹੁਤ ਸਾਰੇ ਚੀਜ਼ਾਂ ਤੇ ਡਿਪੈਂਡ ਕਰਦੀ ਹੈ, ਜਿਵੇਂ ਕਿ ਲੇਬਰ ਦੀ ਜਿਹੜੀ ਸਪਲਾਈ ਹੈ ਉਹ ਏਜ ਤੇ, ਜੈਂਡਰ ਤੇ, ਐਜੂਕੇਸ਼ਨ ਤੇ ਐਂਡ ਫੈਮਿਲੀ ਸਟਰਕਚਰ ਤੇ ਡਿਪੈਂਡ ਕਰਦੀ ਆ ਕਿ ਕਿਸ ਏਜ ਤੇ ਜਿਹੜੇ ਪੀਪਲਸ ਨੇ ਉਹ ਲੇਬਰ ਦੇ ਵਿੱਚ ਜ਼ਿਆਦਾ ਨੇ, ਤਾਂ ਲੇਡੀਜ਼ ਜ਼ਿਆਦਾ ਨੇ ਜਾਂ ਜੈਂਟਸ ਜ਼ਿਆਦਾ ਨੇ, ਐਜੂਕੇਸ਼ਨ ਉਹਨਾਂ ਦੀ ਕਿੰਨੀ ਹੈ, ਠੀਕ ਹੈ। ਐਂਡ ਫੈਕਟਰ ਆਫ ਦੈਟ ਅਫੈਕਟ ਦਾ ਸਪਲਾਈ ਆਫ ਲੈਂਡ। ਕਹਿੰਦੇ ਲੈਂਡ ਹੈ ਜਿਹੜੀ ਉਹ ਮੋਸਟਲੀ ਕਹਿੰਦੇ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ, ਆਪਣੀ ਕੰਜ਼ਰਵੇਸ਼ਨ ਤੇ ਡਿਪੈਂਡ ਕਰਦੀ ਹੈ, ਠੀਕ ਹੈ। ਚੇਂਜ ਇਨ ਦਾ ਸੈਟਲਮੈਂਟ ਪੈਟਰਨਸ ਤੇ ਡਿਪੈਂਡ ਕਰਦੇ ਕਿ ਪਾਪੂਲੇਸ਼ਨ ਕਿੰਨੀ ਹੈ, ਲੈਂਡ ਕਿੰਨੀ ਹੈ ਜੋ ਉਹ ਵਰਤੋਂ ਦੇ ਵਿੱਚ ਹੈ, ਤੇ ਕਿੰਨੀ ਹੈ ਜਿਹੜੀ ਉਹ ਸਪੇਸ ਖਾਲੀ ਐਮਪਟੀ ਪਈ ਹੈ ਜਿੱਥੇ ਕੁਝ ਵੀ ਨਹੀਂ ਹੋ ਰਿਹਾ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਕਹਿੰਦੇ ਜਿਹੜਾ ਆਪਣਾ ਹੈ ਕੈਪੀਟਲ ਦੀ ਜਿਹੜੀ ਹੈ ਆਪਣੀ ਸਪਲਾਈ ਇਹ ਬੈਂਕਸ ਦੇ ਥਰੂ ਹੁੰਦੀ ਹੈ, ਕਮਰਸ਼ੀਅਲ ਬੈਂਕਸ ਦੇ ਥਰੂ ਹੁੰਦੀ ਹੈ, ਰੇਟ ਆਫ ਇੰਟਰਸਟ ਨੂੰ ਦੇਖਦੀ ਹੈ। ਤਾਂ ਡਿਫਰੈਂਟ ਜਿਹੜੀਆਂ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹਨਾਂ ਦੀ ਸਪਲਾਈ ਹੈ ਜਿਹੜੀ ਉਹ ਡਿਫਰੈਂਟ ਫੈਕਟਰਸ ਤੇ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ, ਡਿਫਰੈਂਟ ਚੀਜ਼ਾਂ ਤੇ ਡਿਪੈਂਡ ਕਰਦੀ ਹੈ। ਜਿਵੇਂ ਕਿ ਸਭ ਤੋਂ ਪਹਿਲਾਂ ਲੈਂਡ ਮਾਰਕੀਟ ਦੇ ਵਿੱਚ ਲੈਂਡ ਦੀ ਸਪਲਾਈ ਹੁੰਦੀ ਹੈ, ਇਸ ਦੇ ਵਿੱਚ ਲੈਂਡ ਪ੍ਰੋਵਾਈਡ ਕੀਤੀ ਜਾਂਦੀ ਹੈ। ਐਂਡ ਕੈਪੀਟਲ ਮਾਰਕੀਟ ਦੇ ਵਿੱਚ ਕੈਪੀਟਲ ਦੀ ਸਪਲਾਈ ਹੁੰਦੀ ਹੈ। ਐਂਡ ਜਿਹੜਾ ਆਪਣਾ ਲੇਬਰ ਮਾਰਕੀਟ ਦੇ ਵਿੱਚ ਲੇਬਰ ਦੀ ਸਪਲਾਈ ਹੁੰਦੀ ਹੈ। ਤਾਂ ਫਰਸਟ ਆਪਾਂ ਲੈਂਡ ਮਾਰਕੀਟ ਦੇਖਦੇ ਹਾਂ, ਲੈਂਡ ਮਾਰਕੀਟ ਦੇ ਵਿੱਚ ਕਿਸ ਚੀਜ਼ ਦੀ ਸਪਲਾਈ ਹੋਏਗੀ, ਲੇਬਰ ਦੀ ਸਪਲਾਈ ਹੋਏਗੀ। ਤਾਂ ਲੈਂਡ ਇਜ਼ ਅ ਇੰਟੈਂਜੀਬਲ ਜਿਹੜਾ ਹੈ ਪ੍ਰੋਡਕਟ ਹੈ, ਲੈਂਡ ਇਜ਼ ਅ ਫ੍ਰੀ ਗਿਫਟ ਆਫ ਨੇਚਰ, ਠੀਕ ਹੈ। ਨੇਚਰ ਦੇ ਥਰੂ ਸਾਨੂੰ ਮਿਲਦੀ ਹੈ ਤੇ ਇਹਦੇ ਸਾਈਜ਼ ਨੂੰ ਇਨਕਰੀਜ਼ ਡਿਕਰੀਜ਼ ਨਹੀਂ ਕੀਤਾ ਜਾ ਸਕਦਾ। ਲੈਂਡ ਦੀ ਜਿਹੜੀ ਸਪਲਾਈ ਹੁੰਦੀ ਹੈ ਕੀ ਹੁੰਦੀ ਹੈ, ਕਾਂਸਟੈਂਟ ਹੁੰਦੀ ਹੈ। ਲੈਂਡ ਦੇ ਬਦਲੇ ਸਾਨੂੰ ਕੀ ਪ੍ਰੋਵਾਈਡ ਕਰਨਾ ਪੈਂਦਾ ਹੈ, ਰੈਂਟ ਪ੍ਰੋਵਾਈਡ ਕਰਨਾ ਪੈਂਦਾ ਹੈ। ਹਾਊਸ ਹੋਲਡ ਸੈਕਟਰ ਤੋਂ ਆਪਾਂ ਲੈਂਡ ਲੈਂਦੇ ਆ ਕੋਈ ਵੀ ਪ੍ਰੋਡਿਊਸਰ ਫਰਮ ਤੇ ਉਸ ਦੇ ਬਦਲੇ ਉਹਨੂੰ ਕੀ ਪ੍ਰੋਵਾਈਡ ਕਰਦੀ ਹੈ, ਰੈਂਟ ਪ੍ਰੋਵਾਈਡ ਕਰਦੀ ਹੈ। ਤਾਂ ਤੁਸੀਂ ਲੈਂਡ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਲੈਂਡ ਪ੍ਰੋਵਾਈਡ ਹੋ ਰਹੀ, ਲੈਂਡ ਦੀ ਸਪਲਾਈ ਹੋ ਰਹੀ ਹੈ, ਉਹ ਐਕਸ ਅਕਸ਼ ਤੇ ਆਪਾਂ ਨੂੰ ਕੁਆਂਟੀਟੀ ਆਫ ਲੈਂਡ ਦਿਖਾਈ ਹੋਈ ਹੈ ਲੈਂਡ ਮਾਰਕੀਟ ਦੇ ਵਿੱਚ, ਐਂਡ ਉਹ ਵਾਈ ਦੇ ਵਿੱਚ ਰੈਂਟ ਦਿਖਾਇਆ ਹੈ ਕਿਉਂਕਿ ਲੈਂਡ ਦੇ ਬਦਲੇ ਅਸੀਂ ਕੀ ਕਰ ਰੈਂਟ ਪੇ ਕਰਦੇ ਹਾਂ। ਤਾਂ ਇੱਥੇ ਦੇਖੋ ਤੁਸੀਂ ਸਪਲਾਈ ਆਫ ਲੈਂਡ ਦੇਖ ਸਕਦੇ ਹੋ, ਲੈਂਡ ਦੀ ਜਿਹੜੀ ਸਪਲਾਈ ਕਰਵ ਹੈ ਉਹ ਕੀ ਹੈ, ਕਾਂਸਟੈਂਟ ਹੈ। अपना वाई एक्सिस से पैरेलल है। एक ही शो कर रही है कि ਜਿਹੜੀ ਲੈਂਡ ਦੀ ਸਪਲਾਈ ਹੈ ਉਹ ਉਸ ਤੇ ਕੋਈ ਵੀ ਇਫੈਕਟ ਨਹੀਂ ਰਹੇਗਾ, ਉਹ ਕਾਂਸਟੈਂਟ ਹੋਏਗੀ, ਚਾਹੇ ਦਾ ਰੈਂਟ ਇਨਕਰੀਜ਼ ਹੋਵੇ ਚਾਹੇ ਡਿਕਰੀਜ਼ ਹੋਵੇ। ਜਦਕਿ ਤੁਹਾਨੂੰ ਪਤਾ ਹੈ ਜੀ ਅਗਰ ਰੈਂਟ ਇਨਕਰੀਜ਼ ਹੁੰਦਾ ਹੈ ਤਾਂ ਸਪਲਾਈ ਆਫ ਲੈਂਡ ਇਨਕਰੀਜ਼ ਹੋਣੀ ਚਾਹੀਦੀ ਹੈ, ਅਗਰ ਰੈਂਟ ਡਿਕਰੀਜ਼ ਹੁੰਦਾ ਹੈ ਤਾਂ ਸਪਲਾਈ ਆਫ ਲੈਂਡ ਡਿਕਰੀਜ਼ ਹੋਣੀ ਚਾਹੀਦੀ ਹੈ। ਲੇਕਿਨ ਇੱਥੇ ਕੀ ਆ, ਰੈਂਟ ਜਦੋਂ ਇਨਕਰੀਜ਼ ਹੋ ਰਿਹਾ ਤਾਂ ਸਪਲਾਈ ਆਫ ਲੈਂਡ ਇਨਕਰੀਜ਼ ਨਹੀਂ ਹੋ ਰਹੀ ਕਿਉਂਕਿ ਆਪਾਂ ਸਪਲਾਈ ਜਿਹੜੀ ਲੈਂਡ ਆ ਲੈਂਡ ਦੀ ਸਪਲਾਈ ਨੂੰ ਇਨਕਰੀਜ਼ ਨਹੀਂ ਕਰ ਸਕਦੇ, ਲੈਂਡ ਦੇ ਸਾਈਜ਼ ਨੂੰ ਇਨਕਰੀਜ਼ ਨਹੀਂ ਕਰ ਸਕਦੇ, ਲੈਂਡ ਦਾ ਸਾਈਜ਼ ਕੀ ਆ ਕਾਂਸਟੈਂਟ ਰਹੇਗਾ। ਰੈਂਟ ਚਾਹੇ ਘੱਟ ਹੋਵੇ ਚਾਹੇ ਵੱਧ ਹੋਵੇ, ਠੀਕ ਹੈ। ਅਗਰ ਰੈਂਟ ਦੀ ਆਪਣੀ ਡਿਮਾਂਡ ਲੈਂਡ ਦੀ ਵੱਧ ਜਾਂਦੀ ਹੈ ਤਾਂ ਸਿਰਫ ਰੈਂਟ ਰਾਈਜ਼ ਹੋਏਗਾ ਤੇ ਸਪਲਾਈ ਹੈ ਜਿਹੜੀ ਉਹ ਕੀ ਰਹੇਗੀ, ਕਾਂਸਟੈਂਟ ਰਹੇਗੀ। ਐਂਡ ਦਾ ਸੈਕੰਡ ਇਜ਼ ਦਾ ਕੈਪੀਟਲ ਮਾਰਕੀਟ। ਕੈਪੀਟਲ ਮਾਰਕੀਟ ਦੇ ਵਿੱਚ ਕੀ ਹੁੰਦਾ ਹੈ, ਕੈਪੀਟਲ ਦੀ ਸਪਲਾਈ ਹੁੰਦੀ ਹੈ। ਕੈਪੀਟਲ ਦੀ ਸਪਲਾਈ ਹੈ ਜਿਹੜੀ ਉਹ ਆਪਣੀ ਮੋਨਿਟਰੀ ਪਾਲਿਸੀ ਦੇ ਅੰਡਰ ਜਿਹੜੇ ਆਪਣੇ ਕਮਰਸ਼ੀਅਲ ਬੈਂਕਸ ਨੇ ਉਹਨਾਂ ਦੇ ਥਰੂ ਹੁੰਦੀ ਆ। ਆਰਬੀਆਈ ਦਾ ਕਮਰਸ਼ੀਅਲ ਬੈਂਕਸ ਤੇ ਕੰਟਰੋਲ ਹੁੰਦਾ ਤੇ ਕਮਰਸ਼ੀਅਲ ਬੈਂਕਸ ਕਹਿੰਦੇ ਕੀ ਕਰਦੇ ਨੇ, ਜਦੋਂ ਆਪਣਾ ਲੈਂਡ ਕੈਪੀਟਲ ਦੀ ਸਪਲਾਈ ਕਰਦੇ ਨੇ ਤਾਂ ਉਹਨਾਂ ਦੇ ਬਦਲੇ ਉਹਨੂੰ ਕੀ ਮਿਲਦਾ ਹੈ, ਇੰਟਰਸਟ ਮਿਲਦਾ ਹੈ। ਤੇ ਇੰਟਰਸਟ ਦੀ ਪੇਮੈਂਟ ਕੌਣ ਕਰਦਾ ਹੈ, ਪ੍ਰੋਡਿਊਸਰ ਸੈਕਟਰ ਕਰਦਾ। ਪ੍ਰੋਡਿਊਸਰ ਸੈਕਟਰਸ ਨੂੰ ਜਦੋਂ ਵੀ ਕਹਿੰਦੇ ਡਿਮਾਂਡ ਕਰਨੀ ਹੁੰਦੀ ਹੈ ਕੈਪੀਟਲ ਦੀ ਤਾਂ ਉਹਦੇ ਬਦਲੇ ਉਹ ਕੀ ਪੇਮੈਂਟ ਕਰਦਾ, ਇੰਟਰਸਟ ਦੀ ਪੇਮੈਂਟ ਕਰਦਾ। ਤਾਂ ਇੱਥੇ ਕੈਪੀਟਲ ਦੀ ਡਿਮਾਂਡ ਸਪਲਾਈ ਤੇ ਇੰਟਰਸਟ ਦੇ ਵਿੱਚ ਰਿਲੇਸ਼ਨ ਹੈ। ਤਾਂ ਜਿਹੜੇ ਕਮਰਸ਼ੀਅਲ ਬੈਂਕਸ ਨੇ ਉਹ ਆਪਣੇ ਕੈਪੀਟਲ ਦੀ ਸਪਲਾਈ ਉਦੋਂ ਜ਼ਿਆਦਾ ਕਰਨਗੇ ਜਦੋਂ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ ਕਿਉਂਕਿ ਉਹਨਾਂ ਨੂੰ ਕੀ ਹੋਏਗਾ, ਪ੍ਰੋਫਿਟ ਹੋਏਗਾ। ਤੇ ਜਿਹੜੇ ਜਦੋਂ ਕਹਿੰਦੇ ਰੇਟ ਆਫ ਇੰਟਰਸਟ ਘੱਟ ਹੋਏਗਾ ਤਾਂ ਜਿਹੜੇ ਆਪਣੇ ਕਮਰਸ਼ੀਅਲ ਬੈਂਕਸ ਨੇ ਉਹ
कैपिटल की सप्लाई मीनस मनी की सप्लाई की करेंगे घट करेंगे। तो इत्थे की है कहते पॉजिटिव रिलेशनशिप है बिटवीन द इंटरस्ट एंड सप्लाई ऑफ कैपिटल्स थ्रू द कमर्शियल बैंक्स। तो तुसी देख सकते हो सैकेंड डायग्राम दे विच OX ते कैपिटल मार्केट दे विच क्वांटिटी ऑफ कैपिटल लिती हुई है एंड OY ते इंटरस्ट लिता है, क्योंकि जिहड़ी लेबर दी अपनी कैपिटल दी सप्लाई है कैपिटल मार्केट दे विच वो इंटरस्ट ते डिपेंड करती है। तो इत्थे सप्लाई ऑफ कैपिटल की है पॉजिटिव है, लेफ्ट राइट अपवर्ड है, जो पॉजिटिव रिलेशनशिप दस रही है बिटवीन द इंटरस्ट एंड क्वांटिटी ऑफ कैपिटल। तो इत्थे तुसीं देख सकते हो कि जिमें जिमें इंटरस्ट इंक्रीज होंदा है तो उमें उमें जिहड़ी कैपिटल है उसकी सप्लाई की होंदी जाएगी, इंक्रीज होंदी जाएगी, क्योंकि जो अपने डेप्ट दिंदे ने कमर्शियल बैंक्स या अदर पीपल्स तो उन्होंने की होएगा प्रॉफिट होएगा। तो सप्लाई ते इंटरस्ट दे विच पॉजिटिव रिलेशनशिप है, जिन्ना इंटरस्ट ज़्यादा उन्नी ही कैपिटल की सप्लाई की होएगी ज़्यादा होएगी। एंड द थर्ड इज द क्वांटिटी ऑफ लेबर। थर्ड किया लेबर मार्केट दिखाई हुई है। तो लेबर मार्केट दे विच किस चीज़ की सप्लाई होंदी है, लेबर की सप्लाई होंदी है। तो ये हाउस होल्ड सैक्टर्स के थ्रू होंदी है, ठीक है। शॉर्ट रन दे विच ते लॉन्ग रन दे विच कहंदे टू सप्लाई कर्व्स दिखाई हुई ने आपां नूं लेबर दियां, ठीक है। तो फर्स्ट जी डायग्राम है लेबर सप्लाई इन द शॉर्ट रन एंड सैकेंड इज द लेबर सप्लाई इन द लॉन्ग रन, ठीक है। जी थर्ड डायग्राम है वो शॉर्ट रन के लेबर की सप्लाई दस रही है एंड जी फोर्थ डायग्राम है वो लॉन्ग रन के लेबर की सप्लाई दस रही है। तो हम जी लेबर की सप्लाई वो किस चीज़ से डिपेंड करती होंगी है, लेबर की होंगी है, लेबर स्किल्ड भी होंगी है, अनस्किल्ड भी होंगी है, ठीक है। तो लेबर की एफिशिएंसी ते जी लेबर की डिमांड है वो डिपेंड करती है, जिवें कि आपने पिछे देखा मार्जिनल फिजिकल प्रोडक्टिविटी ते लेबर की डिमांड डिपेंड करती है। तो लेबर की सप्लाई किस चीज़ से डिपेंड करती है, जो लेबर करते हैं अपने नॉर्मल पीपल्स करते हैं वो अपनी वेजिस से डिपेंड करती है, क्योंकि लेबर के बदले की देना पैंदा है, वेजिस प्रोवाइड करनी पैंदियां ने, ठीक है। तो जी अपने प्रोड्यूसर्स ने वो लेबर लैणगे ते वेजिस देणगे ते लेबर नूं की मिलणगियां, वेजिस मिलणगियां, वेतन मिलेगा उन्हां दे काम दे बदले। तां कहंदे की हुंदा है क्वालिटी ऑफ लेबर, लेबर की सप्लाई ते वेजिस दे विच डायरैक्ट रिलेशनशिप हुंदा है। अगर कहंदे लेबर नूं वो काम दे बदले सर्विसेज दे बदले वेजिस ज़्यादा मिलणगियां तां लेबर की सप्लाई ज़्यादा होएगी। अगर कहंदे वेजिस घट मिलणगियां तां लेबर की जिहड़ी सप्लाई की होएगी घट होएगी, जिवें तुसीं थर्ड डायग्राम दे विच देख सकदे हो। शॉर्ट रन किहड़ी सिचुएशन है, शॉर्ट रन वो सिचुएशन है वो टाइम पीरियड है जिहदे विच सिर्फ आपां जिहड़े वेरिएबल्स फैक्टर्स ने उन्हां नूं चेंज करके अपनी आउटपुट नूं इंक्रीज कर सकदे हां। मीनस इहदे विच जिहड़े फिक्स फैक्टर्स ने जिवें कि कैपिटल एंड लैंड वो फिक्स रहंदे है, क्योंकि उन्हां दी साइज नूं इंक्रीज नहीं कर सकदे। ओनली विद द हेल्प ऑफ लेबर आपां अपनी जिहड़ी प्रोडक्शन ओनू इंक्रीज कर सकदे हैं शॉर्ट रन दे विच। तो शॉर्ट रन दे विच की है जिवें जिवें जिहड़ियां वेजिस ने इंक्रीज हुंदियां ने लेबर दी सप्लाई भी की हुंदी है इंक्रीज हुंदी है। जिवें तुसीं थर्ड डायग्राम दे विच देख सकदे हो ओ एक्स अक्ष ते क्वांटिटी ऑफ लेबर लिखी हुई है, ओ वाई ते वेजिस लिखी हुई है। तो जिहड़ी अपनी लेबर की सप्लाई कर्व है लैफ्ट राइट अपवर्ड है, पॉजिटिव है 45 डिग्री के एंगल से है, जो सब की दस रही है कि जिमें जिमें फैक्टर मार्केट के विच वेजिस इंक्रीज होंदियां जा रही ने उवें उवें ही जिहड़ी लेबर है उसकी सप्लाई की है ज़्यादा होंदी जा रही है। मीनस जिहड़े अपने वर्कर्स ने वो लेयर मीनस फ्री रहने की बजाय की है अपना है वर्क करना ज़्यादा पसंद करेंगे, क्योंकि उन्होंने पेमेंट्स ज़्यादा मिल रही हैं, वेजिस ज़्यादा मिल रही हैं, तो लेबर की सप्लाई भी की है ज़्यादा करनी है। अगर वेजिस घट मिलेंगे तो लेबर की सप्लाई घट होएगी, क्योंकि वो वर्क की जगह पर लेयर रहना वेले रहना पसंद करेंगे शॉर्ट टाइम के पॉजिटिव होंगी है लेबर की सप्लाई का। एंड अगर आप देखिए लेबर सप्लाई इन द लॉन्ग रन के लेबर की सप्लाई देखिए तो एक ही होंगी आ बैकवर्ड सप्लाई कर्व होंगे। बैकवर्ड सप्लाई कर्व का मतलब की है कि पहला तो जी अपनी लेबर की सप्लाई है लॉन्ग रन के इंक्रीज होंगी है, ठीक है, जिमें जिमें वेजिस इंक्रीज होंदियां ने, बट एक टाइम के आके जी लेबर की सप्लाई है वो की है डिक्रीज होनी स्टार्ट हो जाती है, क्योंकि लेबर की जिहड़ियां वेजिस ने किने घटनियां स्टार्ट हो जांदियां ने, ठीक है। जिमें जिमें जिहड़ियां वेजिस ने घटदियां ने लेबर की कहते थे क्या फर्स्ट हाफ पार्ट के किया नैगेटिव सप्लाई ऑफ लेबर है, जो सानू दस रही है इनवर्स रिलेशनशिप बिटवीन द सप्लाई एंड वेजिस। जिमें जिमें वेजिस घट सप्लाई घट, जिमें जिमें वेजिस ज़्यादा सप्लाई ज़्यादा, ठीक है। एंड उस तो बाद किया पॉजिटिव वेजिस इंक्रीज होने के नाल सप्लाई इंक्रीज हो रही है, वेजिस डिक्रीज होने के नाल सप्लाई डिक्रीज हो रही है, तो उस तो बाद लैफ्टवर्ड जा रही है, ठीक है। जिमें जिमें वेजिस इंक्रीज होंगे जा रही हैं तो लेबर की जी सप्लाई वो भी की है घटती जा रही है इन द लॉन्ग रन। तो इस तो बाद है अपना नैक्सट फैक्टर प्राइसिंग बाय मार्जिनल प्रोडक्टिविटी थ्योरी। तो मार्जिनल प्रोडक्टिविटी थ्योरी तुहानू पता ही है
ਕਿ ਜਦੋਂ ਅਸੀਂ ਸ਼ਾਰਟ ਰਨ ਦੇ ਵਿੱਚ ਇੱਕ ਲੇਬਰ ਨੂੰ ਜ਼ਿਆਦਾ ਯੂਜ਼ ਕਰਦੇ ਹਾਂ ਆਊਟਪੁੱਟ ਨੂੰ ਇਨਕਰੀਜ਼ ਕਰਨ ਦੇ ਲਈ, ਤਾਂ ਉਹਦੇ ਥਰੂ ਜੋ ਪ੍ਰੋਡਕਟਿਵਿਟੀ ਦੇ ਵਿੱਚ ਇਨਕਰੀਜ਼ ਹੁੰਦਾ ਦੈਟ ਇਜ਼ ਅ ਮਾਰਜਨਲ ਪ੍ਰੋਡਕਟਿਵਿਟੀ। ਤਾਂ ਮਾਰਜਨਲ ਪ੍ਰੋਡਕਟਿਵਿਟੀ ਥਿਊਰੀ ਹੈ ਜਿਹੜੀ, ਇਹਦੇ ਵਿੱਚ ਇਨਕਮ ਡਿਸਟ੍ਰੀਬਿਊਸ਼ਨ ਦੱਸਿਆ ਹੈ, ਕਿਉਂਕਿ ਮਾਰਜਨਲ ਪ੍ਰੋਡਕਟਿਵਿਟੀ ਥਿਊਰੀ ਦੇ ਥਰੂ ਹੀ ਆਪਾਂ ਜਿਹੜੀ ਆਪਣੀ ਨੈਸ਼ਨਲ ਇਨਕਮ ਹੈ ਉਹਨੂੰ ਕੈਲਕੂਲੇਟ ਕਰ ਸਕਦੇ ਹਾਂ। ਤੇ ਵੇਰੀਅਸ ਫੈਕਟਰ ਆਫ ਪ੍ਰੋਡਕਸ਼ਨ ਦੀ ਜਿਹੜੀ ਡਿਮਾਂਡ ਹੈ ਉਹ ਵੀ ਕਿਸ ਚੀਜ਼ ਤੇ ਡਿਪੈਂਡ ਕਰਦੀ ਆ, ਮਾਰਜਨਲ ਪ੍ਰੋਡਕਟਿਵਿਟੀ ਤੇ ਡਿਪੈਂਡ ਕਰਦੀ ਆ। ਤੇ ਉਸ ਤੋਂ ਬਾਅਦ ਕੀ ਆਪਣਾ ਡਿਟਰਮੀਨੇਸ਼ਨ ਆਫ ਰਿਟਰਨ ਟੂ ਅ ਫੈਕਟਰ। ਡਿਟਰਮੀਨੇਸ਼ਨ ਆਫ ਰਿਟਰਨ ਟੂ ਅ ਫੈਕਟਰ, ਰਿਟਰਨ ਟੂ ਅ ਫੈਕਟਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਆਪਾਂ ਇੱਕ ਫੈਕਟਰਸ ਦੇ ਵਿੱਚ ਚੇਂਜ ਕਰਦੇ ਹਾਂ ਤਾਂ ਉਹਦੇ ਨਾਲ ਸਾਨੂੰ ਰਿਟਰਨਸ ਦੇ ਵਿੱਚ, ਜਦੋਂ ਇੱਕ ਇਨਪੁਟਸ ਦੇ ਵਿੱਚ ਇਨਕਰੀਜ਼ ਕਰਦੇ ਹਾਂ ਤਾਂ ਉਹਦੇ ਨਾਲ ਸਾਨੂੰ ਰਿਟਰਨਸ ਦੇ ਵਿੱਚ ਕੀ ਮਿਲਦਾ ਹੈ। ਤੇਰੇ ਵਿੱਚ ਤੁਸੀਂ ਦੇਖ ਸਕਦੇ ਹੋ ਡਿਟਰਮੀਨੇਸ਼ਨ ਆਫ ਰਿਟਰਨ ਟੂ ਅ ਫੈਕਟਰ, ਇੱਕ ਫੈਕਟਰ ਨੂੰ ਕਹਿੰਦੇ ਉਸਦੇ ਬਦਲੇ ਕੀ ਮਿਲੇਗਾ, ਤਾਂ ਇਕੁਇਲਿਬ੍ਰੀਅਮ ਇਨ ਲੈਂਡ ਮਾਰਕੀਟ। ਲੈਂਡ ਮਾਰਕੀਟ ਦੇ ਵਿੱਚ ਜਿਹੜਾ ਹੈ ਆਪਣਾ ਰੈਂਟ ਉਹ ਕਿੱਦਾਂ ਫਿਕਸ ਹੋਏਗਾ, ਤਾਂ ਲੈਂਡ ਮਾਰਕੀਟ ਦੇ ਵਿੱਚ ਰੈਂਟ ਫਿਕਸ ਹੋਣ ਦੇ ਲਈ ਸਭ ਤੋਂ ਪਹਿਲਾਂ ਲੈਂਡ ਇਜ਼ ਸੱਚ ਆ ਫੈਕਟਰ ਆਫ ਪ੍ਰੋਡਕਸ਼ਨ ਸੋਸ ਟੋਟਲ ਸਪਲਾਈ ਇਜ਼ ਫਿਕਸ। ਤੁਹਾਨੂੰ ਪਤਾ ਹੈ ਕਿ ਲੈਂਡ ਦੇ ਬਦਲੇ ਕੀ ਦਿੱਤਾ ਜਾਂਦਾ ਹੈ, ਰੈਂਟ ਦਿੱਤਾ ਜਾਂਦਾ ਹੈ। ਤਾਂ ਲੈਂਡ ਦੀ ਜਿਹੜੀ ਸਪਲਾਈ ਹੈ ਉਹ ਕਿਉਂਕਿ ਫਿਕਸਡ ਹੁੰਦੀ ਹੈ, ਲੈਂਡ ਦੀ ਸਪਲਾਈ ਡਿਮਾਂਡ ਦੇ ਅਕੋਰਡਿੰਗ ਇਨਕਰੀਜ਼ ਡਿਕਰੀਜ਼ ਨਹੀਂ ਕੀਤੀ ਜਾ ਸਕਦੀ। ਕਹਿੰਦੇ ਪਾਰਟਿਕੂਲਰ ਪੀਸ ਆਫ ਲੈਂਡ ਹੈ ਜਿਹੜੀ ਉਹਨੂੰ ਹੀ ਆਪਾਂ ਯੂਜ਼ ਕਰ ਸਕਦੇ ਹਾਂ। ਅਗਰ ਕਹਿੰਦੇ ਆਪਣੀ ਡਿਮਾਂਡ ਇਨਕਰੀਜ਼ ਹੋਏਗੀ ਤਾਂ ਉਸ ਤੋਂ ਬਾਅਦ ਕੀ ਹੈ, ਸਿਰਫ ਪ੍ਰਾਈਸਿਸ ਵੀ ਕੀ ਹੋਣਗੇ, ਇਨਕਰੀਜ਼ ਹੋਣਗੇ। If the demand for soyabeans increases in the market, then the demand of land for growing soyabeans would also increases. However, supply is land is fixed, and increase in the demand for land would increases the rental rate of land. ਕਹਿੰਦੇ ਅਗਰ ਸੋਇਆਬੀਨ ਦੀ ਕੁਆਂਟੀਟੀ ਇਨਕਰੀਜ਼ ਕਰਨੀ ਹੈ ਲੇਕਿਨ ਸਪਲਾਈ ਤਾਂ ਫਿਕਸ ਹੈ ਲੈਂਡ ਦੀ, ਤਦ ਕੀ ਆ, ਅਗਰ ਡਿਮਾਂਡ ਇਨਕਰੀਜ਼ ਹੋਈ ਹੈ ਪ੍ਰੋਡਕਸ਼ਨ ਸੋਇਆਬੀਨ ਦੀ ਇਨਕਰੀਜ਼ ਕਰਨ ਦੇ ਲਈ ਲੈਂਡ ਦੀ ਡਿਮਾਂਡ ਇਨਕਰੀਜ਼ ਹੋਈ ਹੈ ਤਾਂ ਆਟੋਮੈਟਿਕਲੀ ਕੀ ਆਪਣਾ ਰੈਂਟ ਇਨਕਰੀਜ਼ ਹੋ ਜਾਏਗਾ, ਸਪਲਾਈ ਤੇ ਕੋਈ ਵੀ ਚੇਂਜ ਨਹੀਂ ਆਏਗਾ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਇੱਥੇ ਰੈਂਟ ਦੀ ਡਿਟਰਮੀਨੇਸ਼ਨ ਦਿੱਤੀ ਹੋਈ ਹੈ ਕਿ ਰੈਂਟ ਕਿੱਦਾਂ ਫਿਕਸ ਹੋਏਗਾ। ਰੈਂਟ ਉੱਥੇ ਫਿਕਸ ਹੋਏਗਾ ਜਿੱਥੇ ਡਿਮਾਂਡ ਐਂਡ ਸਪਲਾਈ ਹੈ ਜਿਹੜੀ ਲੈਂਡ ਦੀ ਇਕੁਅਲ ਹੋਏਗੀ। ਹੁਣ ਤੁਸੀਂ ਦੇਖ ਸਕਦੇ ਹੋ ਲੈਂਡ ਦੀ ਜਿਹੜੀ ਸਪਲਾਈ ਹੈ ਉਹ ਕੁਆਂਟੀਟੀ ਆ, ਉਹ ਕੁਆਂਟੀਟੀ ਆਫ ਲੈਂਡ ਉਹ ਐਕਸ ਅਕਸ਼ ਤੇ ਦਿਖਾਈ ਹੋਈ ਹੈ ਐਂਡ ਉਹ ਵਾਈ ਤੇ ਜਿਹੜਾ ਹੈ ਰੈਂਟ ਦਿਖਾਇਆ ਹੋਇਆ ਹੈ। ਤੇ ਜਿਹੜੀ ਸਪਲਾਈ ਕਰਵ ਆਫ ਲੈਂਡ ਹੈ ਉਹ ਕੀ ਹੈ, ਕਾਂਸਟੈਂਟ ਹੈ, ਠੀਕ ਹੈ, ਵਾਈ ਐਕਸਿਸ ਦੇ ਪੈਰਲਲ ਹੈ। ਵੀ ਸਪਲਾਈ ਦੇ ਵਿੱਚ ਆਪਾਂ ਇਨਕਰੀਜ਼ ਨਹੀਂ ਕਰ ਸਕਦੇ, ਲੈਂਡ ਦੀ ਸਪਲਾਈ ਇਨਕਰੀਜ਼ ਨਹੀਂ ਹੋ ਸਕਦੀ, ਉਹ ਫਿਕਸ ਰਹੇਗੀ। ਐਂਡ ਜਿਹੜੀ ਡਿਮਾਂਡ ਕਰਵ ਹੈ ਡੀ ਡੀ ਇਜ਼ ਅ ਡਿਮਾਂਡ ਕਰਵ, ਲੈਫਟ ਰਾਈਟ ਕੀ ਹੈ, ਡਾਊਨਵਰਡ ਹੈ। ਤੇ ਸਪਲਾਈ ਕਰਵ ਨੂੰ ਕੱਟ ਰਿਹਾ ਜਿੱਥੇ, ਉੱਥੇ ਕਹਿੰਦੇ ਆਪਣਾ ਰੈਂਟ ਫਿਕਸ ਹੋਇਆ, ਰੈਂਟ ਇਜ਼ ਦਾ ਆਰ, ਉਹ ਆਰ ਰੈਂਟ ਫਿਕਸ ਹੋਇਆ। ਕਹਿੰਦੇ ਅਗਰ ਡਿਮਾਂਡ ਇਨਕਰੀਜ਼ ਹੋ ਜਾਂਦੀ ਆ, ਅਪਵਰਡ ਆਪਣੀ ਡਿਮਾਂਡ ਕਰਵ ਸ਼ਿਫਟ ਹੋ ਜਾਂਦੀ ਆ, ਤਾਂ ਕਹਿੰਦੇ ਰੈਂਟ ਹੀ ਇਨਕਰੀਜ਼ ਹੋਏਗਾ ਲੇਕਿਨ ਸਪਲਾਈ ਕੀ ਆ, ਕਾਂਸਟੈਂਟ ਰਹੇਗੀ, ਸਪਲਾਈ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੋਏਗਾ। ਸਪਲਾਈ ਕਾਂਸਟੈਂਟ ਰਹਿਣ ਕਰਕੇ ਆਪਣੀ ਜਿਹੜੀ ਰੈਂਟ ਹੈ ਉਹ ਕੀ ਹੋ ਜਾਏਗਾ, ਰਾਈਜ਼ ਹੋ ਜਾਏਗਾ ਡਿਮਾਂਡ ਇਨਕਰੀਜ਼ ਹੋਣ ਦੇ ਕਰਕੇ। ਅਗਰ ਡਿਮਾਂਡ ਡਿਕਰੀਜ਼ ਹੋਏਗੀ ਤਾਂ ਰੈਂਟ ਕੀ ਹੋਏਗਾ, ਡਿਕਰੀਜ਼ ਹੋਏਗਾ। ਜਿੱਥੇ ਡਿਮਾਂਡ ਤੇ ਸਪਲਾਈ ਇਕੁਅਲ ਹੈ ਉੱਥੇ ਆਪਣਾ ਰੈਂਟ ਹੈ ਜਿਹੜਾ ਉਹ ਰਾਈਜ਼ ਹੋਏਗਾ ਲੇਬਰ ਮਾਰਕੀਟ ਦੇ ਵਿੱਚ। ਇੱਥੇ ਕੀ ਆ, ਜਿੱਥੇ ਡਿਮਾਂਡ ਐਂਡ ਸਪਲਾਈ ਇਕੁਅਲ ਹੈ ਉਹ ਆਰ ਰੈਂਟ ਫਿਕਸ ਹੋਇਆ, that is the equilibrium in land market. And second is the determination of wages, ਕਿ wages ਕਿੱਥੇ ਫਿਕਸ ਹੋਣਗੀਆਂ। ਕਹਿੰਦੇ wages are the price of the labor supply। ਕਹਿੰਦੇ ਜਦੋਂ ਲੇਬਰ ਦੀ ਸਪਲਾਈ ਕੀਤੀ ਜਾਂਦੀ ਹੈ ਤਾਂ ਲੇਬਰ ਨੂੰ ਉਸ ਦੇ ਬਦਲੇ ਜੋ ਮਿਲਦਾ ਹੈ that is a wages। ਤਾਂ wages ਕਹਿੰਦੇ ਕੀ ਆ, ਇਹ ਵੇਜਿਸ ਤੇ ਜਿਹੜੀ ਆਪਣੀ ਲੇਬਰ ਦੀ ਡਿਮਾਂਡ ਤੇ ਸਪਲਾਈ ਡਿਪੈਂਡ ਕਰਦੀ ਆ। ਕਹਿੰਦੇ ਅਗਰ ਪ੍ਰੋਡਿਊਸਰ ਦੇ ਥਰੂ ਅਗਰ ਵੇਜਿਸ ਘੱਟ ਹੋਣਗੇ ਤਾਂ ਲੇਬਰ ਦੀ ਡਿਮਾਂਡ ਜ਼ਿਆਦਾ ਹੋਏਗੀ, ਅਗਰ ਵੇਜਿਸ ਜ਼ਿਆਦਾ ਹੋਣਗੇ ਤਾਂ ਲੇਬਰ ਦੀ ਡਿਮਾਂਡ ਪ੍ਰੋਡਿਊਸਰ ਦੇ ਥਰੂ ਘੱਟ ਹੋਏਗੀ। ਤੇ ਸਪਲਾਈ ਤੇ ਵੇਜਿਸ ਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ, ਅਗਰ ਵੇਜਿਸ ਜ਼ਿਆਦਾ ਤਾਂ ਲੇਬਰ ਦੀ ਸਪਲਾਈ ਜ਼ਿਆਦਾ, ਅਗਰ ਵੇਜਿਸ ਘੱਟ ਤਾਂ ਲੇਬਰ ਦੀ ਸਪਲਾਈ ਘੱਟ। ਤੇ ਕਹਿੰਦੇ ਲੇਬਰ ਦੀ ਡਿਮਾਂਡ ਤੇ ਸਪਲਾਈ ਜਿੱਥੇ ਇਕੁਅਲ ਹੁੰਦੀ ਹੈ ਉੱਥੇ ਕੀ ਕੀਤਾ ਜਾਂਦਾ ਹੈ, ਵੇਜਿਸ ਫਿਕਸ ਕੀਤੀਆਂ ਜਾਂਦੀਆਂ ਨੇ। ਤੇ ਇਕੁਇਲਿਬ੍ਰੀਅਮ ਇਨ ਲੇਬਰ ਮਾਰਕੀਟ ਦਿਖਾਇਆ ਹੈ ਕਿ ਲੇਬਰ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਕਦੋਂ ਹੋਏਗਾ, ਲੇਬਰ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਉਦੋਂ ਹੋਏਗਾ ਜਦੋਂ ਲੇਬਰ ਦੀ ਡਿਮਾਂਡ ਤੇ ਲੇਬਰ ਦੀ ਸਪਲਾਈ ਕੀ ਹੋਏਗੀ, ਇਕੁਅਲ ਹੋਏਗੀ। ਤੇ ਉੱਥੇ ਹੀ ਜਿਹੜੀਆਂ ਆਪਣੀਆਂ ਵੇਜਿਸ ਨੇ ਇਕੁਇਲਿਬ੍ਰੀਅਮ ਵੇਜਿਸ ਉਹ ਫਿਕਸ ਕੀਤੀਆਂ ਜਾਣਗੀਆਂ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਓ ਐਕਸ ਅਕਸ਼ ਤੇ ਕੁਆਂਟੀਟੀ ਆਫ ਲੇਬਰ ਦਿਖਾਈ ਹੋਈ ਹੈ, ਓ ਵਾਈ ਤੇ ਵੇਜਿਸ ਦਿਖਾਈ ਹੋਈਆਂ ਨੇ। ਤਾਂ ਡਿਮਾਂਡ ਕਰਵ ਆਪਣੀ ਜਿਹੜੀ ਹੈ ਲੇਬਰ ਦੀ ਉਹ ਲੈਫਟ ਰਾਈਟ ਡਾਊਨਵਰਡ ਹੈ ਐਂਡ ਸਪਲਾਈ ਕਰਵ ਆਪਣੀ ਪੋਜ਼ਿਟਿਵ ਹੈ। ਤਾਂ ਉਹ ਐਫ ਪੁਆਇੰਟ ਇੱਕ ਦੂਸਰੇ ਨੂੰ ਕੱਟ ਰਹੇ ਨੇ। ਤਾਂ ਐਫ ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਕਹਿੰਦੇ ਓ ਡਬਲ ਜੋ ਵੇਜਿਸ ਫਿਕਸ ਹੋਈਆਂ ਨੇ ਐਂਡ ਜਿਹੜੀ ਆਪਣੀ ਕੁਆਂਟੀਟੀ ਹੈ ਦਿਸ ਇਜ਼ ਦਾ ਓ ਕਿਊ ਆਫ ਲੇਬਰ, ਦਿਸ ਇਜ਼ ਦਾ ਇਕੁਇਲਿਬ੍ਰੀਅਮ ਵੇਜਿਸ ਐਂਡ ਇਕੁਇਲਿਬ੍ਰੀਅਮ ਕੁਆਂਟੀਟੀ ਆਫ ਲੇਬਰ। ਜਿੱਥੇ ਕਹਿੰਦੇ ਆਪਣੀ ਜਿਹੜੀ ਮਾਰਕੀਟ ਹੈ ਉੱਥੇ ਲੇਬਰ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਹੈ, ਇੱਥੇ ਵੇਜਿਸ ਫਿਕਸ ਹੋਣਗੀਆਂ। ਐਂਡ ਦਾ ਸੈਕੰਡ ਇਜ਼ ਅ ਇੰਟਰਸਟ। ਕਹਿੰਦੇ ਇੱਥੇ ਇੰਟਰਸਟ ਨੂੰ ਲੈ ਕੇ ਡਿਫਰੈਂਟ ਜਿਹੜੀਆਂ ਥਿਊਰੀਜ਼ ਨੇ ਉਹ ਦਿੱਤੀਆਂ ਗਈਆਂ ਨੇ। ਇੱਥੇ ਆਪਣੀ ਕਲਾਸੀਕਲ ਤੇ ਨਿਊ ਕਲਾਸੀਕਲ ਥਿਊਰੀ ਆਫ ਇੰਟਰਸਟ ਦਿੱਤੀ ਗਈ ਆ। ਤਾਂ ਥਿਊਰੀਜ਼ ਆਫ ਇੰਟਰਸਟ ਦੇ ਵਿੱਚ ਕਹਿੰਦੇ ਫਰਸਟ ਹੈ ਜਿਹੜਾ
ਰੈਂਟ ਕਿਉਂ ਰਾਈਜ਼ ਹੁੰਦਾ, ਆਪਣਾ ਇੰਟਰਸਟ ਕਿਉਂ ਅਰਾਈਜ਼ ਹੁੰਦਾ, ਕਹਿੰਦੇ ਕਿਉਂਕਿ ਲੋਨੇਬਲ ਫੰਡ ਥਿਊਰੀ ਦਿੱਤੀ ਹੋਈ ਆ। ਲੋਨੇਬਲ ਫੰਡ ਥਿਊਰੀ ਦੇ ਥਰੂ ਕਹਿੰਦੇ ਡਿਮਾਂਡ ਫॉर ਬੋਰਰਸ ਐਂਡ ਸਪਲਾਈ ਆਫ ਲੋਨੇਬਲ ਫੰਡਸ, ਕਹਿੰਦੇ ਲੋਨ ਲੈਂਦੇ ਨੇ, ਠੀਕ ਆ, ਪੈਸਾ ਲੋਨ ਤੇ ਲੈਂਦੇ ਨੇ ਕਈ ਮੋਟਿਵਸ ਦੇ ਲਈ, ਜਿਹਦੇ ਕਰਕੇ ਕਹਿੰਦੇ ਜਿਹੜਾ ਆਪਣਾ ਇੰਟਰਸਟ ਉਹ ਕੀ ਹੁੰਦਾ, ਅਰਾਈਜ਼ ਹੁੰਦਾ ਹੈ। ਤਾਂ ਇੱਥੇ ਜਿਹੜੀ ਆਪਣੀ ਸਪਲਾਈ ਆਫ ਲੇਬਰ ਆਪਣੀ ਮਨੀ ਹੈ, ਠੀਕ ਹੈ, ਉਹ ਕਿਹਦੇ ਥਰੂ ਹੋਏਗੀ, ਆਪਣੇ ਸੇਵਿੰਗਸ ਦੇ ਥਰੂ ਹੋਏਗੀ, ਹੋਰਡਿੰਗ ਦੇ ਥਰੂ ਹੋਏਗੀ, ਐਂਡ ਜਿਹੜੀ ਡਿਮਾਂਡ ਹੈ ਉਹ ਆਪਣੇ ਕੰਜ਼ਿਊਮਰਸ ਐਂਡ ਪ੍ਰੋਡਿਊਸਰਸ ਦੇ ਥਰੂ ਹੋਏਗੀ। ਤਾਂ ਇੱਥੇ ਲੋਨੇਬਲ ਫੰਡਸ ਦੇ ਲਈ ਕਹਿੰਦੇ ਜਿਹੜੀ ਹੈ ਡਿਮਾਂਡ ਹੁੰਦੀ ਹੈ, ਤਾਂ ਇੱਥੇ ਲੋਨੇਬਲ ਫੰਡਸ ਦੇ ਥਿਊਰੀ ਦੇ ਥਰੂ ਕਹਿੰਦੇ ਇੰਟਰਸਟ ਉੱਥੇ ਰਾਈਜ਼ ਹੋਏਗਾ ਜਿੱਥੇ ਆਪਣੀ ਮਨੀ ਦੀ ਡਿਮਾਂਡ ਤੇ ਮਨੀ ਦੀ ਸਪਲਾਈ ਕੀ ਹੋਏਗੀ, ਇਕੁਅਲ ਹੋਏਗੀ। ਤੁਸੀਂ ਇੱਥੇ ਦੇਖ ਸਕਦੇ ਹੋ ਐਸ ਇਜ਼ ਅ ਸਪਲਾਈ ਕਰਵ ਆਫ ਮਨੀ, ਤਾਂ ਮਨੀ ਦੀ ਸਪਲਾਈ ਕਹਿੰਦੇ ਜਦੋਂ ਰੇਟ ਆਫ ਇੰਟਰਸਟ ਜ਼ਿਆਦਾ ਹੁੰਦਾ ਤਾਂ ਮਨੀ ਦੀ ਸਪਲਾਈ ਜ਼ਿਆਦਾ ਹੁੰਦੀ ਹੈ। ਐਂਡ ਡਿਮਾਂਡ ਮਨੀ ਦੀ, ਤਾਂ ਇੱਥੇ ਕੈਪੀਟਲ ਦੀ ਡਿਮਾਂਡ ਜਦੋਂ ਇੰਟਰਸਟ ਜ਼ਿਆਦਾ ਹੋਏਗਾ ਘੱਟ ਹੋਏਗੀ, ਜਦੋਂ ਇੰਟਰਸਟ ਘੱਟ ਹੋਏਗਾ ਕੈਪੀਟਲ ਦੀ ਡਿਮਾਂਡ ਜ਼ਿਆਦਾ ਹੋਏਗੀ। ਤਾਂ ਇੱਥੇ ਡੀ ਕਰਵ ਲੈਫਟ ਰਾਈਟ ਕੀ ਹੈ, ਡਾਊਨਵਰਡ ਹੈ। ਤਾਂ ਇੱਥੇ ਜਿੱਥੇ ਇਕੁਇਲਿਬ੍ਰੀਅਮ ਹੈ ਦੋਨਾਂ ਦੇ ਵਿੱਚ, ਮਨੀ ਮਾਰਕੀਟ ਦੇ ਵਿੱਚ ਜਿੱਥੇ ਸਪਲਾਈ ਐਂਡ ਡਿਮਾਂਡ ਆਫ ਮਨੀ ਇਕੁਅਲ ਹੈ, ਉੱਥੇ ਕੀ ਹੈ, ਰੇਟ ਆਫ ਇੰਟਰਸਟ ਫਿਕਸ ਹੋਏਗਾ। ਇੱਥੇ ਐਸ ਐਂਡ ਡੀ ਕਰਵ ਹੈ ਜਿਹੜੀ ਈ ਪੁਆਇੰਟ ਇੱਕ ਦੂਸਰੇ ਨੂੰ ਕੱਟ ਰਹੇ ਨੇ, ਈ ਇਜ਼ ਅ ਇਕੁਇਲਿਬ੍ਰੀਅਮ ਪੁਆਇੰਟ, ਠੀਕ ਹੈ, ਮਨੀ ਮਾਰਕੀਟ ਦੇ ਵਿੱਚ ਜਿੱਥੇ ਇੰਟਰਸਟ ਕਿੰਨਾ ਫਿਕਸ ਹੋਇਆ, ਓ ਆਰ ਈ, ਤੇ ਕੁਆਂਟੀਟੀ ਮਨੀ ਦੀ ਸਪਲਾਈ ਕਿੰਨੀ ਹੈ ਆਪਣੀ, ਓ ਕਿਊ ਈ। that is the loanable fund theory। ਐਂਡ ਸੈਕੰਡ ਇਜ਼ ਲਿਕੁਇਡਿਟੀ ਪ੍ਰੈਫਰੈਂਸ ਥਿਊਰੀ। ਲਿਕੁਇਡਿਟੀ ਪ੍ਰੈਫਰੈਂਸ ਥਿਊਰੀ ਦੇ ਥਰੂ ਕਹਿੰਦੇ ਆਪਣੀ ਮਨੀ ਦੀ ਡਿਮਾਂਡ ਮਨੀ ਮਾਰਕੀਟ ਦੇ ਵਿੱਚ ਕਿਉਂ ਕੀਤੀ ਜਾਂਦੀ ਹੈ, ਕਹਿੰਦੇ ਇਹਦੇ ਕਈ ਰੀਜ਼ਨਸ ਨੇ। ਕਹਿੰਦੇ ਫਰਸਟ ਇਜ਼ ਕਹਿੰਦੇ ਪ੍ਰੀਕਿਊਸ਼ਨਰੀ ਮੋਟਿਵ ਦੇ ਲਈ, ਲੋਕ ਆਪਣੇ ਫਿਊਚਰਸ ਦੀ ਸੇਫਟੀ ਦੇ ਲਈ ਪ੍ਰੀਕਿਊਸ਼ਨਸ ਦੇ ਲਈ ਮਨੀ ਦੀ ਡਿਮਾਂਡ ਕਰਦੇ ਨੇ। ਐਂਡ ਸੈਕੰਡ ਇਜ਼ ਟ੍ਰਾਂਜੈਕਸ਼ਨ ਮੋਟਿਵਸ, ਕਹਿੰਦੇ ਲੋਕਾਂ ਨੂੰ ਕੀ ਹੁੰਦਾ, ਡੇ ਟੂ ਡੇ ਡਿਮਾਂਡ ਪੈਂਦੀ ਹੈ, ਡਿਮਾਂਡ ਹੁੰਦੀ ਹੈ ਮਨੀ ਦੀ ਫॉर द ट्रांजैक्शंस, लेन देन ਦੇ ਲਈ, ਗੁਡਸ ਦੀ ਐਕਸਚੇਂਜ ਦੇ ਲਈ, ਤਦ ਕਹਿੰਦੇ ਕੁਝ ਪੈਸਾ ਆਪਣੇ ਕੋਲ ਲਿਕੁਇਡਿਟੀ ਫਾਰਮ ਦੇ ਵਿੱਚ ਰੱਖਣਾ ਪਸੰਦ ਕਰਦੇ ਨੇ। ਐਂਡ ਥਰਡ ਇਜ਼ ਦਾ ਸਪੈਕੂਲੇਟਿਵ ਮੋਟਿਵ। ਸਪੈਕੂਲੇਟਿਵ ਮੋਟਿਵ ਮੀਨਸ ਪੈਸੇ ਨੂੰ ਐਸਿਡਸ ਦੇ ਵਿੱਚ, ਠੀਕ ਹੈ, ਬੌਂਡਸ ਦੇ ਵਿੱਚ ਇਨਵੈਸਟ ਕਰਕੇ ਰੱਖਣਾ ਤਾਂ ਜੋ ਇਹਨੂੰ ਈਜ਼ੀਲੀ ਲਿਕੁਇਡਿਟੀ ਫਾਰਮ ਦੇ ਵਿੱਚ ਕੈਸ਼ ਦੇ ਵਿੱਚ ਲੈ ਕੇ ਆਂਦਾ ਜਾ ਸਕੇ, ਠੀਕ ਹੈ, ਲੋੜ ਪੈਂਦੇ। ਤਾਂ ਥ੍ਰੀ ਮੋਟਿਵਸ ਦੇ ਕਰਕੇ ਲਿਕੁਇਡਿਟੀ ਪ੍ਰੈਫਰੈਂਸ ਥਿਊਰੀ ਦੇ ਥਰੂ ਜਿਹੜੀ ਮਨੀ ਦੀ ਡਿਮਾਂਡ ਹੈ ਉਹ ਹੁੰਦੀ ਹੈ। ਐਂਡ ਟਾਈਮ ਪ੍ਰੈਫਰੈਂਸ ਥਿਊਰੀ, ਕਹਿੰਦੇ ਇਰਵਿੰਗ ਫਿਸ਼ਰਸ ਨੇ ਡਿਵੈਲਪ ਕੀਤੀ ਸੀ ਇਹ ਅਪਰੋਚ। ਉਹਨਾਂ ਨੇ ਕੰਪੇਅਰ ਕੀਤਾ ਸੀ ਪ੍ਰੈਜ਼ੈਂਟ ਕੰਜ਼ੰਪਸ਼ਨ ਤੇ ਫਿਊਚਰ ਕੰਜ਼ੰਪਸ਼ਨਸ ਨੂੰ। ਉਹਨਾਂ ਦੇ ਅਕੋਰਡਿੰਗਸ ਕਹਿੰਦੇ ਸਬਸਟੀਟਿਊਟ ਕੀਤਾ ਸੀ ਉਹਨਾਂ ਨੇ ਪ੍ਰੈਜ਼ੈਂਟ ਦੀ ਬਜਾਏ ਫਿਊਚਰਸ ਦੇ ਲਈ ਮਨੀ ਨੂੰ ਸੇਵ ਕਰਕੇ ਰੱਖਣਾ ਤਾਂ ਜੋ ਫਿਊਚਰ ਤੇ ਕਹਿੰਦੇ ਆਪਣੇ ਟਾਈਮ ਨੂੰ ਪ੍ਰੈਫਰੈਂਸ ਦਿੱਤੀ ਸੀ ਕਿ ਲੋੜ ਪੈਣ ਤੇ ਆਪਾਂ ਆਪਣੇ ਪੈਸੇ ਨੂੰ ਵਰਤ ਸਕੀਏ, ਠੀਕ ਹੈ। ਐਂਡ ਨੈਕਸਟ ਇਜ਼ ਦਾ ਪ੍ਰੋਫਿਟ। ਕਹਿੰਦੇ ਪ੍ਰੋਫਿਟ ਤੁਹਾਨੂੰ ਪਤਾ ਹੀ ਹੈ ਕਿ ਪ੍ਰੋਫਿਟ ਕਿਸ ਨੂੰ ਹੁੰਦਾ, ਐਂਟਰਪ੍ਰੀਨਿਓਰਸ ਨੂੰ ਹੁੰਦਾ। ਜਿਹੜਾ ਫੋਰਥ ਫੈਕਟਰ ਆਫ ਪ੍ਰੋਡਕਸ਼ਨ ਹੈ ਐਂਟਰਪ੍ਰੀਨਿਓਰਸ, ਬਿਜ਼ਨਸਮੈਨ, ਪ੍ਰੋਡਿਊਸਰਸ, ਉਹਨੂੰ ਕੀ ਹੁੰਦਾ ਹੈ, ਪ੍ਰੋਫਿਟ ਹੁੰਦਾ ਹੈ। ਤਾਂ ਇਹ ਕਹਿੰਦੇ ਪ੍ਰੋਫਿਟ ਕੀ ਹੁੰਦਾ, ਤੁਹਾਨੂੰ ਪਤਾ ਹੈ ਪ੍ਰੋਫਿਟ ਤੁਸੀਂ ਕਿੱਦਾਂ ਕੈਲਕੂਲੇਟ ਕਰ ਸਕਦੇ ਹੋ। ਪ੍ਰੋਫਿਟ ਜਦੋਂ ਆਪਣੀ ਟੋਟਲ ਕਾਸਟ ਨੂੰ ਟੋਟਲ ਰੈਵਨਿਊ ਦੇ ਵਿੱਚੋਂ ਜੋ ਵੀ ਕਹਿੰਦੇ ਆਊਟਪੁੱਟ ਸੇਲ ਕਰਨ ਤੋਂ ਬਾਅਦ ਟੋਟਲ ਰੈਵਨਿਊ ਹੁੰਦਾ ਐਂਡ ਆਊਟਪੁੱਟ ਨੂੰ ਪ੍ਰੋਡਿਊਸ ਕਰਨ ਤੇ ਫੈਕਟਰ ਆਫ ਪ੍ਰੋਡਕਸ਼ਨ ਤੇ ਨੂੰ ਆਪਣੀ ਕਾਸਟ ਆਉਂਦੀ ਹੈ, ਤਾਂ ਟੋਟਲ ਰੈਵਨਿਊ ਦੇ ਵਿੱਚੋਂ ਟੋਟਲ ਕਾਸਟ ਨੂੰ ਮਾਈਨਸ ਕਰਾਂਗੇ ਤਾਂ ਆਪਣਾ ਪ੍ਰੋਫਿਟ ਕੈਲਕੂਲੇਟ ਹੋ ਜਾਏਗਾ। ਤਾਂ ਪ੍ਰੋਫਿਟ ਜਾਂਦਾ ਆਪਣਾ ਐਂਟਰਪ੍ਰੀਨਿਓਰ ਨੂੰ। ਤਾਂ ਪ੍ਰੋਫਿਟ ਕਹਿੰਦੇ ਕੀ ਹੁੰਦਾ ਹੈ, ਇਹ ਫੰਕਸ਼ਨਸ ਟੂ ਪਾਰਟਸ ਦੇ ਵਿੱਚ ਕਹਿੰਦੇ ਐਂਟਰਪ੍ਰੀਨਿਓਰਸ ਨੇ ਇਸ ਫੰਕਸ਼ਨ ਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ, ਆਰਗੇਨਾਈਜੇਸ਼ਨ ਐਂਡ ਰਿਸਕ ਬੀਅਰਿੰਗ। ਕਹਿੰਦੇ ਆਰਗੇਨਾਈਜੇਸ਼ਨ ਦੇ ਕਰਕੇ ਜੋ ਵੀ ਹੈ ਆਪਣਾ ਪ੍ਰੋਫਿਟ ਹੁੰਦਾ, ਕਿਉਂਕਿ ਡੇ ਟੂ ਡੇ ਐਕਟੀਵਿਟੀਜ਼ ਹੁੰਦੀਆਂ ਨੇ ਬਿਜ਼ਨਸ ਦੇ ਵਿੱਚ ਆਰਗੇਨਾਈਜੇਸ਼ਨ ਨਾਲ ਰਿਲੇਟਡ, ਮੈਨੇਜਮੈਂਟ ਨਾਲ ਰਿਲੇਟਡ, ਠੀਕ ਹੈ। ਤਾਂ ਇਹਦੇ ਵਿੱਚ ਪ੍ਰੋਫੈਸ਼ਨਲਸ ਹੁੰਦੇ ਨੇ, ਮੈਨੇਜਰਸ ਹੁੰਦੇ ਨੇ, ਉਹਨਾਂ ਨੂੰ ਸੈਲਰੀਜ਼ ਜਾਣੀਆਂ ਪੈਂਦੀਆਂ ਨੇ, ਸੈਲਰੀਜ਼ ਪੇਮੈਂਟਸ ਵੀ ਜਾਂਦੀਆਂ ਨੇ ਤੇ ਬੈਨੀਫਿਟਸ ਵੀ ਹੁੰਦੇ ਨੇ, ਉਹਨਾਂ ਨੂੰ ਅਰੇਂਜਮੈਂਟਸ ਕਰਨੇ ਪੈਂਦੇ ਨੇ, ਠੀਕ ਹੈ, ਤੇ ਲੇਬਰਸ ਨੂੰ ਪੇਮੈਂਟਸ ਕਰਨੀਆਂ ਪੈਂਦੀਆਂ। ਤਾਂ ਆਰਗੇਨਾਈਜੇਸ਼ਨਸ ਮੈਨੇਜਮੈਂਟ ਦੇ ਥਰੂ ਜੋ ਵੀ ਕਹਿੰਦੇ ਰਿਸੀਵਸ ਤੇ ਪੇਮੈਂਟਸ ਹੁੰਦੀਆਂ ਨੇ ਇਹਦੇ ਵਿੱਚ ਉਹ ਆਉਂਦੀਆਂ ਨੇ। ਐਂਡ ਸੈਕੰਡ ਇਜ਼ ਅ ਰਿਸਕ ਬੀਅਰਸ, ਕਹਿੰਦੇ ਬਿਜ਼ਨਸ ਐਕਟੀਵਿਟੀਜ਼ ਦੇ ਵਿੱਚ ਜਿਹੜੀਆਂ ਫਰਮਸ ਨੇ ਤੇ ਪ੍ਰੋਡਿਊਸਰਸ ਨੇ ਉਹ ਕੀ ਕਰਦੇ ਨੇ, ਰਿਸਕ ਬੀਅਰ ਕਰਦੇ ਨੇ, ਉਹ ਰਿਸਕ ਲੈਂਦੇ ਨੇ। ਤਾਂ ਰਿਸਕ ਦੇ ਥਰੂ ਉਹਨਾਂ ਨੂੰ ਕੀ ਹੁੰਦਾ ਹੈ, ਪ੍ਰੋਫਿਟ ਹੁੰਦਾ ਹੈ। ਐਂਡ ਨੈਕਸਟ ਇਜ਼ ਅਕਾਊਂਟਿੰਗ ਪ੍ਰੋਫਿਟ ਐਂਡ ਇਕਨੋਮਿਕ ਪ੍ਰੋਫਿਟ। ਅਕਾਊਂਟਿੰਗ ਪ੍ਰੋਫਿਟ ਦੇ ਵਿੱਚ ਕਹਿੰਦੇ ਉਹ ਪ੍ਰੋਫਿਟ ਆਉਂਦਾ ਇਹ ਡਿਫਰੈਂਸ, ਅਕਾਊਂਟਿੰਗ ਪ੍ਰੋਫਿਟ ਹੁੰਦਾ ਡਿਫਰੈਂਸ ਬਿਟਵੀਨ ਟੋਟਲ ਰੈਵਨਿਊ ਐਂਡ ਟੋਟਲ ਕਾਸਟ, ਠੀਕ ਹੈ। ਅਕਾਊਂਟਿੰਗ ਅ ਈਅਰ ਜੋ ਇੱਕ ਈਅਰ ਦੇ ਅੰਡਰ ਹੋਇਆ ਹੈ। ਤਾਂ ਇਕਨੋਮਿਕ ਪ੍ਰੋਫਿਟਸ ਦੇ ਵਿੱਚ ਕੀ ਹੈ, ਜੋ ਕੈਪੀਟਲ ਸਟਾਕ ਦੇ ਵਿੱਚ ਇਨਕਰੀਜ਼ ਹੋਇਆ, ਸੈਲਰੀਜ਼, ਰੈਂਟ, ਇੰਸ਼ੋਰੈਂਸ, ਇੰਟਰਸਟ ਵਗੈਰਾ ਕੱਢਣ ਤੋਂ ਬਾਅਦ, ਠੀਕ ਹੈ। ਇੱਕ ਕੈਲਕੂਲੇਸ਼ਨਸ ਆਫ ਇਕਨੋਮਿਕ ਪ੍ਰੋਫਿਟਸ ਮੀਨਸ ਆ ਪਿਓਰ ਪ੍ਰੋਫਿਟ। ਐਂਡ ਦ ਨੈਕਸਟ ਇਜ਼ ਆ ਥਿਊਰੀਜ਼ ਆਫ ਪ੍ਰੋਫਿਟਸ। ਕਹਿੰਦੇ ਇੱਥੇ ਪ੍ਰੋਫਿਟ ਨੂੰ ਲੈ ਕੇ ਡਿਫਰੈਂਟ ਥਿਊਰੀਜ਼ ਨੇ ਜੋ ਦਿੱਤੀਆਂ ਗਈਆਂ ਨੇ। ਤਾਂ ਇੱਥੇ ਕਹਿੰਦੇ ਆਪਣੇ ਸੈਵਰਲ ਥਿਊਰੀਜ਼ ਨੇ ਰਿਗਾਰਡਿੰਗ ਪ੍ਰੋਫਿਟਸ, ਜਿਵੇਂ ਜੋਸਫ ਸ਼ੂਮਪੀਟਰਸ ਨੇ ਇਹਨਾਂ ਨੂੰ ਪ੍ਰੋਫਿਟ ਨੂੰ ਡਿਵਾਈਡ ਕਿਹਾ ਹੈ ਕਿ ਇਨੋਵੇਸ਼ਨ ਨਾਲ ਰਿਲੇਟਡ ਹੈ। ਫਰੈਂਕ ਨੇ ਬੋਲਿਆ ਹੈ ਕਿ ਇਹ ਅਨਸਰਟੇਨਟੀ ਨਾਲ ਰਿਲੇਟਡ ਹੈ। ਕਹਿੰਦੇ ਇੱਥੇ ਫੋਰ ਥਿਊਰੀਜ਼ ਆਫ ਕੀ ਨੇ ਪ੍ਰੋਫਿਟ ਨੇ, ਇਨੋਵੇਸ਼ਨ ਥਿਊਰੀ ਆਫ ਪ੍ਰੋਫਿਟ, ਰਿਸਕ ਬੀਅਰਿੰਗ ਥਿਊਰੀ ਆਫ ਪ੍ਰੋਫਿਟ, ਅਨਸਰਟੇਨਟੀ theory of profit, ठीक है,
एंड ये सारियां थ्योरीज ने। फर्स्ट इज द प्रॉफिट एज अ रिवार्ड ऑफ फॉर इनोवेशंस। कहते शुम्पीटर ने बोलिया है कि प्रॉफिट किस चीज का रिवार्ड है, इनोवेशंस का रिवार्ड है। इनोवेशन थ्योरी ऑफ प्रॉफिट आउंदी है कहते क्योंकि ये ਜਿਹੜੇ अपने इंप्लॉयर्स ने मैनेजर्स ने ते अपने बिजनेसमैन ने एंटरप्रेन्योर्स ने वो न्यू इनोवेशंस करते हैं। न्यू इनोवेशंस किदां दी हो सकदियां ने, जिवें कि किसी न्यू प्रोडक्ट ਨੂੰ ਲੈ ਕੇ ਆਉਣਾ, न्यू प्रोडक्ट ਦੀ प्रोडक्शन स्टार्ट करना एंड न्यू मैथड ऑफ प्रोडक्शंस लैके आना, न्यू रॉ मटीरियल की डिस्कवरी करना एंड न्यू मार्केट ਨੂੰ अरेंज करना, न्यू फर्म्स ਨੂੰ ऑर्गेनाइज करना। तो इस ਦੇ थ्रू उन्होंने जी कॉस्ट ऑफ प्रोडक्शन वो घट होंगी है तो जी अपनी रैवन्यू है आउटपुट है वो इंक्रीज होंगे है, जिदे करके उन्होंने जो कॉस्ट ते रैवन्यू का डिफरेंस है वो ज़्यादा हो जाता है, जिदे थ्रू उन्होंने की होंगे है प्रॉफिट्स होंगे थ्रू द रिसर्च एंड इनोवेशंस। दिस इज द इनोवेशन थ्योरी ऑफ प्रॉफिट। कहते इनोवेशन थ्योरी का रिवार्ड है प्रॉफिट। एंड सैकेंड इज द अनसर्टेनिटी एंड प्रॉफिट। सैकेंड कहते कि अनसर्टेनिटी दे करके की प्रॉफिट होंगे, क्योंकि अनसर्टेनिटी कहते कोई भी बिजनेसमैन जो बिजनेस स्टार्ट करता तो वह अनसर्टेन होंगे फ्यूचर के अपनी डिमांड को लैके। फॉर एग्जाम्पल उन्हें 100 गुड्स प्रोड्यूस की ने तो उन्होंने ये नहीं पता कि उन्होंने 100 गुड्स की जी है सप्लाई हो जाएगी, मतलब डिमांड होएगी या नहीं होएगी। अगर तो उन्होंने कोई भी कॉम्पीटीटर नहीं है, राइवल नहीं है, तो जी भी उन्होंने 100 गुड्स को प्रोड्यूस किया वो 100 गुड्स की जी है डिमांड होगी पीपल्स के थ्रू, तो इट्स मीनस कि उन्होंने की होया प्रॉफिट होया, वो जिनी सप्लाई सी उन्नी ही डिमांड होगी। मीनस पीपल्स का जो टेस्ट प्रैफरेंस है चेंज नहीं होया, उन्होंने प्रोडक्ट्स की डिमांड उन्नी ही बनी हुई है जिनी उन्होंने सप्लाई की सी उन्नी ही डिमांड है। ठीक है, फ्यूचर एक्सपैक्टेशंस ने जी उन्होंने सही लगियां, उन्होंने कोई भी रिस्क नहीं होया है, दैट इज अ अनसर्टेनिटी। तो अनसर्टेनिटी के उन्होंने सही जो फील किया उन्होंने होया है, ठीक है, दैन तो उन्होंने की होएगा प्रॉफिट होएगा, क्योंकि सप्लाई के इक्वल डिमांड होएगी, उन्होंने को जो बफर स्टॉक है वो नहीं बचेगा। तो उदों की होंगे जो अपना प्रोड्यूसर उन्होंने प्रॉफिट होंगे। एंड नैक्सट इज अ प्रॉफिट एंड मार्केट स्ट्रक्चर्स। मार्केट स्ट्रक्चर्स को लैके कि मार्केट का जो बिहेवियर है वो किस तरह का है। मार्केट के जो फर्म्स ने वो मोनोपली उन्होंने मोनोपिस्टिक या परफेक्ट कॉम्पीटिशन है, तो उन्होंने जी डिमांड वो एलास्टिसिटी कितनी है जो प्रोडक्ट्स की प्राइसिस को चेंज करते हैं, तो उसको लैके भी जो इन चीज़ों के अपना जो प्रॉफिट है वो की करता है डिपेंड करता है। एंड नैक्सट इज अ रिस्क बियरिंग थ्योरी। कहते कोई भी जो बिजनेसमैन है वो जब अपना बिजनेस स्टार्ट करता तो की करता रिस्क बियर करता, उन्होंने मैंटली भी रिस्क होंगे एंड फिजिकली भी एंड कैपिटल जो भी रिस्क होंगे जो वो अपनी इन्वेस्टमेंट करता है। तो अगर तो कॉस्ट तो रेवन्यू इंक्रीज हो जाता है तो डिफरेंस ज़्यादा होता है, इट्स मीनस वो प्रॉफिट की है होंगे है। तो ये जो सारिया थ्योरीज सी अपन प्रॉफिट नाल रिलेटेड, इसनों आप पूरी डिटेल भी नैक्सट टॉपिक्स डिस्कस करांगे। जो 4 फैक्टर ऑफ प्रोडक्शंस ने इन्हों का जो डिफरेंट थ्योरीज ने क्लासिकल्स एंड न्यू क्लासिकल्स इकोनॉमिस्ट के थ्रू दी हुई हैं जिन्होंने अपने डिटेल करना है। तो अज सीगा अपनी इंट्रो ये 4 फैक्टर ऑफ प्रोडक्शंस की, तो किस तरह जो प्राइस है वो जिमें कि फैक्टर ऑफ प्रोडक्शन का प्राइस रैंट हो गया, वेजिस हो गया, इंटरस्ट हो गया एंड प्रॉफिट हो गया, वो फिक्स किया जाता है। तो अज का अपना टॉपिक इतने ही खत्म होता है। धन्यवाद।